वाहिगुरु जी का खालसा वाहिगुरु जी की फतेह. Good afternoon, students. I will request Jashandeep Kaur 13284 to start Jaap Seva. वाहिगुरु जी का खालसा वाहिगुरु जी की फतेह. हाँ जी बेटा, स्टार्ट कर. एक ओंकार सतनाम करता पुरख निरभौ निर्वैर अकाल मूरत अजूनी सैभं गुर प्रसाद. एक ओंकार सतनाम करता पुरख निरभौ निर्वैर अकाल मूरत अजूनी सैभं गुर प्रसाद. एक ओंकार सतनाम करता पुरख निरभौ निर्वैर अकाल मूरत अजूनी सैभं गुर प्रसाद. एक ओंकार सतनाम करता पुरख निरभौ निर्वैर अकाल मूरत अजूनी सैभं गुर प्रसाद. एक ओंकार सतनाम करता पुरख निरभौ निर्वैर अकाल मूरत अजूनी सैभं गुर प्रसाद. वाहेगुरु 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 वाहेगुरु. वाहिगुरु जी का खालसा वाहिगुरु जी की फतेह. Thank you so much. Very good, बच्चे. So as I promised you, today we will discuss about how to write letters. Letters ਅਸੀਂ ਕਿਸ ਤਰ੍ਹਾਂ ਲਿਖਣੇ ਹੈ ਉਹਦੇ ਬਾਰੇ ਅੱਜ ਅਸੀਂ ਗੱਲ ਕਰਾਂਗੇ. ਲੈਟਰ ਰਾਈਟਿੰਗ. ਲੈਟਰ ਕੋਈ ਵੀ ਹੋ ਸਕਦਾ ਹੈ. ਤੁਸੀਂ ਲੈਟਰ ਕਿਸੇ ਨੂੰ ਕੁਝ ਬੇਨਤੀ ਪੱਤਰ ਕਹਿ ਸਕਦੇ ਹੋ, ਹੈ ਨਾ, ਲਿਖਣ ਲਈ ਕਿ ਮੈਂ ਕੋਈ ਬੇਨਤੀ. ਸੁਖਜੀਤ ਕੌਰ ਜੀ ਆਪਣਾ ਵੀਡੀਓ ਆਫ ਕਰ ਦਿਓ ਪਲੀਜ਼. डिस्ट्रैक्शन होंगी, अपना वीडियो ऑफ कर दो. सो लेटर राइटिंग करांगे. हाउ टू राइट अ लेटर. एक ਅਸੀਂ ਕਿਸੇ ਨੂੰ ਕੋਈ ਲੈਟਰ ਲਿਖਣੀ ਹੈ. ਅੱਜਕੱਲ ਤਾਂ ਲੈਟਰ ਰਾਈਟਿੰਗ ਦਾ ਟ੍ਰੈਂਡ ਖਤਮ ਹੋ ਗਿਆ. ਸਟਿਲ ਜਿਵੇਂ ਤੁਸੀਂ ਕਿਸੇ ਨਿਊਜ਼ਪੇਪਰ ਨੂੰ ਕੋਈ ਲੈਟਰ ਲਿਖਣੀ ਹੈ, ਤੁਸੀਂ ਕੋਈ ਐਪਲੀਕੇਸ਼ਨ ਆਪਣੇ ਸਕੂਲ ਦੇ ਵਿੱਚ ਆਪਣੇ ਪ੍ਰਿੰਸੀਪਲ ਨੂੰ, ਹੈਡਮਿਸਟ੍ਰੈਸ ਨੂੰ, ਹੈਡਮਾਸਟਰ ਨੂੰ ਕੋਈ ਐਪਲੀਕੇਸ਼ਨ ਲਿਖਣੀ ਹੈ ਜਾਂ ਕਿਸੇ ਤਰ੍ਹਾਂ ਦੀ ਵੀ ਲੈਟਰ ਲਿਖਣੀ ਹੈ, ਉਹ ਲੈਟਰ ਰਾਈਟਿੰਗ ਜਿਹੜੀ ਹੈ we will discuss in today's class. First of all, I would tell you kinds of letters. Letters कितनी तरह में होते हैं. So letters may be divided into two kinds or classes. Letters ਨੂੰ ਅਸੀਂ ਦੋ ਸ਼੍ਰੇਣੀਆਂ ਵਿੱਚ ਵੰਡ ਸਕਦੇ ਹਾਂ, ਹੈ ਨਾ. ਕਲਾਸਿਸ ਮੀਨਸ ਸ਼੍ਰੇਣੀਆਂ. ਦੋ ਸ਼੍ਰੇਣੀ ਦੇ ਵਿੱਚ ਅਸੀਂ ਲੈਟਰਸ ਨੂੰ ਵੰਡ ਸਕਦੇ ਹਾਂ ਕਿ ਜਿਹੜੇ ਲੈਟਰਸ ਹੈ ਉਹ ਕਿਸ ਕਿਸ ਤਰ੍ਹਾਂ ਦੇ ਹੁੰਦੇ. ਦੇਖੋ, ਤੁਸੀਂ ਇੱਕ ਆਫਿਸ ਦੇ ਵਿੱਚ ਆਪਣੇ ਬੌਸ ਨੂੰ ਲੈਟਰ ਲਿਖ ਰਹੇ ਹੋ ਜਾਂ ਤੁਸੀਂ ਆਪਣੀ ਫਰੈਂਡ ਨੂੰ ਲੈਟਰ ਲਿਖ ਰਹੇ ਹੋ. देयर इज अ डिफरेंस बिटवीन दीज टू. ਉਹਦੇ ਲਿਖਣ ਦੇ ਸਟਾਈਲ ਦੇ ਵਿੱਚ, ਹੈ ਨਾ, ਔਰ ਉਹਦੇ ਵਿੱਚ ਜਿਸ ਤਰ੍ਹਾਂ ਦੀ ਤੁਸੀਂ ਗੱਲ ਕਰਨੀ ਹੈ ਉਹਦੇ ਸਟਾਈਲ ਦੇ ਵਿੱਚ, ਉਹਦੇ ਵਿੱਚ ਫਰਕ ਹੁੰਦਾ ਹੈ. ठीक है. So letters may be divided into two types or classes. First is personal or private letters. ਇਹਦੇ ਵਿੱਚ ਕੀ ਹੁੰਦੇ ਹੈ? Personal or private letters ਜਿਹੜੇ ਹੁੰਦੇ ਹੈ, including letters to relatives and friends and notes of invitation. So ਇਹਦੇ ਵਿੱਚ ਤੁਸੀਂ ਕੀ ਕਰਦੇ ਹੋ? ਆਪਣੇ friends ਨੂੰ ਕੋਈ letter ਲਿਖਣਾ ਹੈ, ਆਪਣੇ relatives ਨੂੰ ਕੋਈ letter ਲਿਖਣਾ ਹੈ, ਕਿਸੇ ਨੂੰ invite ਕਰਨਾ ਹੈ. ਲਾਈਕ ਤੁਸੀਂ ਕਹਿ ਰਹੇ ਹੋ ਕਿ ਬਰਥਡੇ ਪਾਰਟੀ ਹੈ, ਉਹਦੇ ਵਿੱਚ ਕੋਈ ਇਨਵਾਈਟ ਕਰਨਾ ਹੈ ਤੇ ਉਹਦੇ ਰਿਲੇਟਡ ਕੋਈ ਲੈਟਰ ਹੈ, ਉਹ ਲਿਖਣਾ ਹੈ. ਸੋ ਯੂ ਵਿਲ ਰਾਈਟ. ਉਹ ਤੁਹਾਡਾ ਪਰਸਨਲ ਲੈਟਰ ਜਾਂ ਪ੍ਰਾਈਵੇਟ ਲੈਟਰ ਹੁੰਦਾ ਹੈ. ਐਂਡ ਥੀਸ ਲੈਟਰਸ ਆਰ ਆਲਸੋ ਕਾਲਡ ਇਨਫਾਰਮਲ. ਇਨਫਾਰਮਲ ਹੁੰਦੇ ਆ, ਗੈਰ ਰਸਮੀ ਹੁੰਦੇ ਆ, ਰਸਮੀ ਨਹੀਂ ਹੁੰਦੇ. ਫਾਰਮਲ ਹੁੰਦਾ ਨਾ ਰਸਮੀ. ਤਾਂ ਫਾਰਮਲ ਇਨਫਾਰਮਲ ਦੀ ਇੱਕ ਵਾਰ ਗੱਲ ਕੀਤੀ ਸੀਗੀ. ਸੋ ਫਾਰਮਲ ਦਾ ਮਤਲਬ ਹੁੰਦਾ ਰਸਮੀ ਐਂਡ ਇਨਫਾਰਮਲ ਹੁੰਦੇ ਜੋ ਗੈਰ ਰਸਮੀ ਹੁੰਦੇ. ਸੋ these letters are called informal letter. Okay. Next is business letters. ਇਹਦੇ ਵਿੱਚ ਕੀ ਹੁੰਦੇ ਹੈ? business letters ਕੀ ਹੁੰਦੇ ਹੈ? letters of application, official letters and letters to newspaper. ਤੁਸੀਂ application ਕੋਈ ਲਿਖੀ ਹੈ, ਠੀਕ ਹੈ, ਕੋਈ official letters ਲਿਖੇ ਹੈ, ਉਹਨਾਂ ਨੂੰ ਅਸੀਂ business letters
ਜਾਂ ਇਹਨੂੰ ਫਾਰਮਲ ਲੈਟਰਸ ਵੀ ਕਹਿੰਦੇ ਆ, ਠੀਕ ਹੈ। ਜੋ ਤੁਸੀਂ ਲੈਟਰ ਟੂ ਮੰਨ ਲਓ ਨਿਊਜ਼ਪੇਪਰ ਲਿਖਿਆ, ਸੋ ਮੋਸਟਲੀ ਇਹਨਾਂ ਨੂੰ ਬਿਜ਼ਨਸ ਲੈਟਰਸ ਅਸੀਂ ਕੱਟ ਅਸੀਂ ਇਹਨਾਂ ਨੂੰ ਫਾਰਮਲ ਲੈਟਰਸ ਕਹਿੰਦੇ ਆ, ਠੀਕ ਹੈ। ਸੋ देयर आर टू टाइप्स ऑफ ਲੈਟਰਸ, ਇਨਫਾਰਮਲ ਐਂਡ ਫਾਰਮਲ। ਫਾਰਮਲ ਹੁੰਦੇ ਆ ਜੋ ਕਿਸੇ ਨੂੰ ਤੁਸੀਂ ਐਪਲੀਕੇਸ਼ਨ ਲਿਖ ਰਹੇ ਹੋ, ਨੈਚੁਰਲੀ ਬਹੁਤ ਫਾਰਮਲ ਹੋਏਗੀ, ਠੀਕ ਹੈ। ਤੁਸੀਂ ਕਿਸੇ ਨਿਊਜ਼ਪੇਪਰ ਨੂੰ ਲੈਟਰ ਟੂ ਐਡੀਟਰ ਲਿਖ ਰਹੇ ਹੋ, ਸੰਪਾਦਕ ਨੂੰ ਪੱਤਰ ਲਿਖ ਰਹੇ ਹੋ, ਲੈਟਰ ਟੂ ਨਿਊਜ਼ਪੇਪਰ ਤੁਸੀਂ ਲਿਖ ਰਹੇ ਹੋ, ਉਹ ਹੈ। ਕੋਈ ਆਫੀਸ਼ੀਅਲ ਲੈਟਰ ਹੈ, ਆਪਣੇ ਕੋਈ ਬੌਸ ਨੂੰ ਲਿਖ ਰਹੇ ਹੋ, ਮੈਨੇਜਮੈਂਟ ਨੂੰ ਲਿਖ ਰਹੇ ਹੋ, ਸੋ ਇਹਨਾਂ ਨੂੰ ਅਸੀਂ ਫਾਰਮਲ ਲੈਟਰਸ ਕਹਿੰਦੇ ਆ। ਔਰ ਜਿਹੜੇ ਦੂਸਰੇ ਹੁੰਦੇ ਆ ਪਰਸਨਲ ਔਰ ਪ੍ਰਾਈਵੇਟ ਹੁੰਦੇ ਆ ਜਿਹੜੇ, ਉਹ ਉਹਨਾਂ ਨੂੰ ਅਸੀਂ ਇਨਫਾਰਮਲ ਕਹਿੰਦੇ ਆ, ਠੀਕ ਹੈ ਜੀ। Next is parts of a letter. Letter ਦੇ ਕਿਹੜੇ parts ਹੁੰਦੇ ਆ, ਇਹ please ਤੁਸੀਂ ਧਿਆਨ ਨਾਲ ਇਹਨੂੰ note ਕਰਿਓ। Every letter has the following 6 parts. Letter ਦੇ normally 6 parts ਹੁੰਦੇ ਆ। First is the heading. The heading. Next is the salutation, the greetings or the beginning. ਬੱਚੇ ਹੁਣ ਇਹਦੇ ਚ ਇੱਕ ਵਰਡ ਆਇਆ ਸੈਲੂਟੇਸ਼ਨ, ਤੁਸੀਂ ਸੈਲੂਟ ਵਰਡ ਸੁਣਿਆ ਹੋਏਗਾ ਹੈ ਨਾ, ਅਸੀਂ ਕਿਸੇ ਨੂੰ ਸੈਲੂਟ ਕਰ ਰਹੇ ਹਾਂ। ਸੋ ਸੈਲੂਟੇਸ਼ਨ ਹੁੰਦਾ ਹੈ ਜਦੋਂ ਤੁਸੀਂ ਕਿਸੇ ਨੂੰ ਸੰਬੋਧਨ ਕਰਦੇ ਹੋ ਜਾਂ ਕਿਸੇ ਨੂੰ ਸੈਲੂਟ ਕਰਦੇ ਹੋ ਜਾਂ ਤੁਸੀਂ ਕਿਸੇ ਨੂੰ ਐਡਰੈਸ ਕਰਦੇ ਹੋ, ਕਿਸੇ ਨੂੰ ਜਿਵੇਂ ਆਪਾਂ ਕਹਿੰਦੇ ਹੈਲੋ, ਗ੍ਰੀਟ ਕੀਤਾ ਹੈ ਨਾ, ਸੋ ਇਹ ਕੀ ਹੁੰਦੀ ਹੈ, ਸੈਲੂਟੇਸ਼ਨ ਕਹਿੰਦੇ ਆ, ਠੀਕ ਹੈ। ਸੈਲੂਟੇਸ਼ਨ ਉਹ ਹੁੰਦੀ ਹੈ ਹੈਡਿੰਗ ਤੋਂ ਬਾਅਦ। ਨੈਕਸਟ ਉਹਦੇ ਵਿੱਚ ਹੈ the body of the letter, letter ਦੀ body ਜੋ ਉਹਦੇ ਵਿੱਚ ਲਿਖਿਆ ਹੈ, ਠੀਕ ਹੈ। ਨੈਕਸਟ ਹੈ, ਆਪਾਂ ਸਾਰੀ ਚੀਜ਼ਾਂ ਨੂੰ ਇੱਕ ਇੱਕ ਕਰਕੇ ਐਕਸਪਲੇਨ ਕਰਾਂਗੇ। and tomorrow we will start writing a letter, how to write a letter. today we will discuss just the introduction ਕਿ letter ਆਪਾਂ ਕਿਸ ਤਰ੍ਹਾਂ ਲਿਖਣੀ ਹੈ, ਕੀ ਚੀਜ਼ਾਂ ਉਹਦੇ ਵਿੱਚ ਹੋਣੀਆਂ ਚਾਹੀਦੀਆਂ ਨੇ। so today we will do this and tomorrow we will start with writing a letter. The subscription or the ending. Ending ਨੂੰ ਅਸੀਂ ਕੀ ਕਹਿ ਰਹੇ ਹਾਂ, subscription, ਠੀਕ ਹੈ। ਕਿ ਜਿਵੇਂ ਅਸੀਂ ਜਦੋਂ ਲੈਟਰ ਖਤਮ ਕਰਦੇ ਹਾਂ, ending ਕਿੱਦਾਂ ਕਰਨੀ ਹੈ, I'll tell you later. Next is the signature or the writer's name. जिसने वो लेटर लिखा है या एप्लीकेशन लिखी है, ਉਹਦੇ signature और ਉਹਦੇ name, ठीक है। and then superscription or address on the envelope or the postcard. envelope ਦੇ ਉੱਪਰ ਤੁਸੀਂ ਜਿਹੜਾ ਐਡਰੈਸ ਲਿਖਣਾ ਹੈ ਉਹ ਲਾਸਟ ਵਿੱਚ ਹੁੰਦਾ ਹੈ ਨਾ। ਕਈ ਵਾਰ ਲੈਟਰ ਰਾਈਟਿੰਗ ਦੇ ਵਿੱਚ ਉਹਨਾਂ ਨੇ ਤੁਹਾਨੂੰ ਨਾਲ ਲੈਟਰ ਜਿਹੜੀ ਹੈ, ਜਿਹੜੇ ਪੋਸਟਕਾਰਡ ਪਹਿਲੇ ਆਉਂਦੇ ਹੁੰਦੇ ਸੀ, ਅੱਜ ਕੱਲ ਪਤਾ ਨਹੀਂ ਤੁਸੀਂ ਉਹ ਦੇਖੇ ਵੀ ਹੈ ਕਿ ਨਹੀਂ। ਪੋਸਟਕਾਰਡ ਆਉਂਦੇ ਸੀ ਨਾ, ਤੇ ਪੋਸਟਕਾਰਡ ਦੇ ਉੱਤੇ ਜਿਹੜਾ ਤੁਸੀਂ ਉਹਦੇ ਉੱਪਰ ਐਡਰੈਸ ਵੀ ਲਿਖਣਾ ਹੁੰਦਾ ਸੀ ਕਿ ਕਿਹਨੂੰ ਦੇਣਾ ਹੈ। ਸੋ ਉਹ ਵੀ ਬੜੇ ਧਿਆਨ ਨਾਲ ਲਿਖੇ ਦਾ ਹੁੰਦਾ ਸੀ ਕਿ ਇਹ ਕਿਹਦੇ ਵੱਲ ਜਾਏਗਾ। ਸੋ ਪੋਸਟਕਾਰਡ ਦੇ ਉੱਤੇ ਅਸੀਂ ਆਪਣਾ ਲੈਟਰ ਲਿਖੇ ਔਰ ਉਹਦੇ ਪਿਛਲੇ ਵਾਲੀ ਸਾਈਡ ਤੇ ਨਾ ਐਡਰੈਸ ਵਾਲਾ ਕਾਲਮ ਹੁੰਦਾ ਸੀਗਾ, ਤੇ ਉਹਦੇ ਤੇ ਐਡਰੈਸ, ਉਹ that is called superscription. so subscription ending है, superscription और address on the envelope of the postcard, ठीक है। so the heading, the salutation, the greeting, the beginning, the body of the letter, the subscription or the ending, the signature or the writer's name, or the superscription or address on the envelope or the postcard. जो envelope है, envelope लिफाफे ਨੂੰ ਕਹਿੰਦੇ ਨੇ, ठीक है। envelope ਲਿਫਾਫੇ ਨੂੰ ਕਹਿੰਦੇ, ठीक है। ਉਹਦੇ ਤੇ ਕਿਵੇਂ ਐਡਰੈਸ ਲਿਖਣਾ ਹੈ ਔਰ the postcard, postcard ਦੇ ਉੱਪਰ ਕਿੱਦਾਂ ਲਿਖਣਾ ਹੈ। any questions till now? ਕਿਸੇ ਦਾ ਕੋਈ question ਹੈ? ਹਾਂਜੀ ma'am. ਹਾਂਜੀ, good afternoon. Ma'am, please explain again about the salutation. ਬੱਚੇ salutation ਜਿਵੇਂ ਅਸੀਂ ਕਿਹਾ hello, ਜਾਂ ਜਿਵੇਂ ਜਦੋਂ ਅਸੀਂ ਉਹਨੂੰ greet ਕਰਦੇ ਹਾਂ, good morning sir ਆਪਾਂ ਕਹਿੰਦੇ ਹਾਂ, ਹੈ ਨਾ, ਉਹ ਹੁੰਦੀ ਹੈ ਤੁਸੀਂ greet ਕਰਦੇ ਹੋ, ਹੈ ਨਾ। ਮੈਂ ਸਾਰਾ ਕੁਝ ਐਕਸਪਲੇਨ ਕਰਾਂਗੀ ਹੁਣ, ਆਪਾਂ ਨੈਕਸਟ ਇਹੀ ਕਰਨਾ, ਆਪਾਂ 1 by 1 ਸਾਰੀ ਚੀਜ਼ਾਂ ਨੂੰ ਐਕਸਪਲੇਨ ਕਰਾਂਗੇ। ਓਕੇ ਮੈਮ, ਓਕੇ ਮੈਮ। ਜਾਂ ਉਹਨੂੰ ਬਿਗਨਿੰਗ ਕਹਿੰਦੇ ਕਿ ਆਪਾਂ ਲੈਟਰ ਸਟਾਰਟ ਕਿੱਥੋਂ ਕਰਨੇ ਹੈ। ਗੁੱਡ ਈਵਨਿੰਗ ਮੈਮ। ਹਾਂਜੀ, ਗੁੱਡ ਈਵਨਿੰਗ ਮੈਮ। ਫਸਟ ਆਪਾਂ ਇਹ ਕੀਤਾ ਸੀਗਾ ਪਰਸਨਲ ਐਂਡ ਪ੍ਰਾਈਵੇਟ ਲੈਟਰ। ਮੈਮ ਉਹ ਆਪਾਂ ਲੈਟਰ ਕਿਸ ਤਰ੍ਹਾਂ ਯੂਜ਼ ਕਰਦੇ, ਉਹਨਾਂ ਨੂੰ ਕਿੱਥੇ ਲਿਖੀਦਾ ਵਾ?
ਬੱਚੇ ਜਿਹੜੇ ਹੁੰਦੇ ਆ ਪਰਸਨਲ, ਜਿਵੇਂ ਹੁਣ ਤੁਸੀਂ ਆਪਣੀ ਫਰੈਂਡ ਨੂੰ ਲਿਖਣੀ ਹੈ ਲੈਟਰ, ਕਿ ਤੈਨੂੰ Ma'am, ਪਤਾ ਮੈਂ ਘੁੰਮਣ ਗਈ ਸੀ, ਮੈਂ ਇੱਥੇ ਗਈ ਸੀ, ਉੱਥੇ ਗਈ ਸੀ, ਇਹ ਕੀ ਹੈ, ਪਰਸਨਲ ਲੈਟਰਸ ਹੈ, ਇਹ ਇਨਫੋਰਮਲ ਹੁੰਦੇ ਆ। ਤੁਸੀਂ ਇਹਦੇ ਵਿੱਚ ਜਿਹੜੀ ਲੈਂਗੁਏਜ, ਹੁਣ ਤੁਸੀਂ ਆਪਣੇ ਟੀਚਰ ਨੂੰ ਜਿਹੜੀ ਲੈਟਰ ਲਿਖੋਗੇ, ਐਪਲੀਕੇਸ਼ਨ Ma'am, ਲਿਖੋਗੇ, ਉਹਦੀ ਲੈਂਗੁਏਜ ਬੜੀ ਫਾਰਮਲ ਹੋਏਗੀ, with regards, I wish to say, ਜਾਂ ਤੁਸੀਂ ਕਹਿੰਦੇ ਹੋ with due respect, I say that I was ill, I could not come to school yesterday, ਤੁਸੀਂ ਇਦਾਂ ਲਿਖਦੇ ਹੋ ਨਾ? yes ma'am, ਬੜੀ ਫਾਰਮਲ ਲੈਂਗੁਏਜ ਯੂਜ਼ ਕਰਦੇ ਹੋ, ਅਫੀਸ਼ੀਅਲ ਲੈਂਗੁਏਜ ਯੂਜ਼ ਕਰਦੇ ਹੋ, ਹੈ ਨਾ? ਉਹਨੂੰ ਸੌਰੀ ਫੀਲ ਕਰਦੇ ਹੋ ਜੇ ਤੁਹਾਡੀ ਕੋਈ ਗਲਤੀ ਹੈ। ਲੇਕਿਨ ਜਦੋਂ ਤੁਸੀਂ ਆਪਣੇ ਫਰੈਂਡ ਨੂੰ ਲਿਖਦੇ ਹੋ ਤਾਂ ਤੁਸੀਂ ਉਹਦੇ ਚ ਇਨਫਾਰਮਲ ਹੋ ਜਾਂਦੇ ਹੋ, ਗੈਰ ਰਸਮੀ ਹੋ ਜਾਂਦੇ ਹੋ, ਸਮਝ ਗਏ ਨਾ? ਸੋ ਉਹ ਹਾਂਜੀ ਤੁਹਾਡੀ ma'am, ਪਰਸਨਲ ਜਾਂ ਪ੍ਰਾਈਵੇਟ ਲੈਟਰ ਹੈ, ਜੋ ਤੁਸੀਂ ਆਪਣੀ ਫਰੈਂਡਸ ਨੂੰ ਲਿਖਦੇ ਹੋ, ਆਪਣੇ ਰਿਲੇਟਿਵਸ ਨੂੰ ਲਿਖਦੇ ਹੋ, ਕਿਸੇ ਨੂੰ ਇਨਵਾਈਟ ਕਰਨਾ ਹੈ, ਉਹਦੇ ਲਈ, ਹੈ ਨਾ, ਲੈਟਰਸ ਆਫ ਇਨਵੀਟੇਸ਼ਨ, ਉਹਦੇ ਵਿੱਚ ਤੁਹਾਡੀ ਲੈਂਗੁਏਜ ਥੋੜੀ ਇਨਫਾਰਮਲ ਹੁੰਦੀ ਹੈ। okay ma'am, thank you ma'am. ਗੁੱਡ ਈਵਨਿੰਗ ਮੈਮ। ਹਾਂਜੀ, ਗੁੱਡ ਈਵਨਿੰਗ ਮੈਮ ਸੁਪਰਸਕ੍ਰਿਪਸ਼ਨ ਦਾ ਮੀਨਿੰਗ ਕੀ ਹੈ ਜੀ? ਬੱਚੇ, ਸੁਪਰਸਕ੍ਰਿਪਸ਼ਨ ਹੁੰਦਾ ਹੈ ਜੋ ਤੁਸੀਂ ਐਨਵੈਲਪ ਦੇ ਉੱਤੇ ਐਡਰੈਸ ਲਿਖ ਰਹੇ ਹੋ। ਤੁਸੀਂ ਐਨਵੈਲਪ ਤੁਸੀਂ ਕਦੇ ਪੋਸਟ ਕਾਰਡ ਦੇਖਿਆ? ਨੋ ਮੈਮ। ਨਹੀਂ ਦੇਖਿਆ, ਓਕੇ। ਜਿਹੜਾ ਪੋਸਟ ਕਾਰਡ ਹੁੰਦਾ ਹੈ ਨਾ, ਉਹਦੇ ਵਿੱਚ ਕੀ ਹੁੰਦਾ ਹੈ, ਇੱਕ ਪਾਸੇ ਉਹਦੇ ਤੁਸੀਂ ਆਪਣਾ ਕੰਟੈਂਟ ਲਿਖਦੇ ਹੁੰਦੇ ਸੀਗੇ, ਮਤਲਬ ਜੋ ਮੈਂ ਲਿਖਣਾ ਹੈ, ਤੇ ਪੋਸਟ ਕਾਰਡ ਦੇ ਦੂਸਰੇ ਪਾਸੇ ਕੀ ਹੁੰਦਾ ਸੀ, ਇੱਕ ਐਡਰੈਸ ਲਈ ਕਾਲਮ ਹੁੰਦਾ ਸੀਗਾ, ਤੇ ਉਹਦੇ ਜਿਹਨੂੰ ਪੋਸਟ ਕਾਰਡ ਜਾਣਾ ਹੈ ਨਾ, ਤੇ ਉਹਦਾ ਐਡਰੈਸ ਲਿਖਿਆ ਹੁੰਦਾ। ਚਲੋ ਪੋਸਟ ਕਾਰਡ ਨਾ ਸੀ, ਐਨਵੈਲਪ ਤਾਂ ਤੁਹਾਨੂੰ ਪਤਾ ਨਹੀਂ, ਲਿਫਾਫੇ ਦੇ ਵਿੱਚ ਚਿੱਠੀ ਆਉਂਦੀ ਹੈ ਨਾ, ਜਿਵੇਂ ਕਈ ਵਾਰ ਆਪਾਂ ਨੂੰ ਯੂਨੀਵਰਸਿਟੀ ਤੋਂ ਲੈਟਰਸ ਆਉਂਦੀਆਂ ਨੇ ਨਾ, ਯੈਸ ਮੈਮ। ਜੇ ਸਾਡੇ ਕਾਲਜ ਤੋਂ ਕੋਈ ਚਿੱਠੀ ਆਈ, ਉਹ ਚਿੱਠੀ ਐਨਵੈਲਪ ਲਿਫਾਫੇ ਦੇ ਵਿੱਚ ਹੁੰਦੀ ਹੈ ਨਾ, ਯੈਸ ਮੈਮ। ਤਾਂ ਉਹ ਲਿਫਾਫੇ ਦੇ ਉੱਤੇ ਜਿਹੜਾ ਐਡਰੈਸ ਹੈ ਉਹ ਸਾਡਾ ਲਿਖਿਆ ਹੁੰਦਾ ਹੈ ਨਾ। ਯੈਸ ਮੈਮ। ਤਾਂ ਉਹ ਜਿਨ੍ਹਾਂ ਨੇ ਲੈਟਰ ਲਿਖੀ ਹੈ, ਉਹਨਾਂ ਨੇ ਲਿਫਾਫੇ ਦੇ ਉੱਤੇ ਜਿਹੜਾ ਐਡਰੈਸ ਲਿਖਿਆ, ਉਹਨੂੰ ਅਸੀਂ ਸੁਪਰਸਕ੍ਰਿਪਸ਼ਨ ਕਹਿੰਦੇ ਹਾਂ। ਓਕੇ ਮੈਮ। ਮਤਲਬ ਜਿਹਨੂੰ ਅਸੀਂ ਭੇਜਣੀ ਆ ਉਹਦਾ ਐਡਰੈਸ, ਜਿਹਨੂੰ ਅਸੀਂ ਭੇਜਣੀ ਹੈ ਨਾ ਉਹ ਲੈਟਰ, ਉਹਦੇ ਐਡਰੈਸ ਨੂੰ ਆਪਾਂ ਸੁਪਰਸਕ੍ਰਿਪਸ਼ਨ ਕਹਿੰਦੇ ਹਾਂ। ਓਕੇ ਮੈਮ। ਓਕੇ ਓਕੇ, ਥੈਂਕ ਯੂ ਮੈਮ। ਹਾਂਜੀ, ਗੁੱਡ ਈਵਨਿੰਗ ਮੈਮ। ਹਾਂਜੀ, ਗੁੱਡ ਈਵਨਿੰਗ ਮੈਮ, ਜਿਹੜੀ ਉਹਦੇ ਵਿੱਚ ਸਕੂਲ ਚ ਐਪਲੀਕੇਸ਼ਨਸ ਨਹੀਂ ਦਿੰਦੇ, ਉਹਨੂੰ ਆਪਾਂ ਲੈਟਰਸ ਕਹਿ ਸਕਦੇ? ਹਾਂਜੀ ਬੱਚੇ, ਉਹ ਲੈਟਰ ਹੈ, ਬਟ ਉਹ ਫਾਰਮਲ ਲੈਟਰ ਹੈ। ਠੀਕ ਹੈ ਜੀ। ਹੈ ਐਪਲੀਕੇਸ਼ਨ ਹੈ ਨਾ, ਲੈਟਰਸ ਆਫ ਐਪਲੀਕੇਸ਼ਨ, ਹਾਂਜੀ, ਹੈ ਨਾ? ਉਹ ਇੱਕ ਐਪਲੀਕੇਸ਼ਨ ਵਾਲੀ, ਇੱਕ ਅਪਲਾਈ ਕਰ ਰਹੇ ਹੋ ਤੁਸੀਂ, ਇੱਕ ਉਹਦੇ ਵਿੱਚ ਬਿਨਾਂ ਪੱਤਰ ਰੱਖਿਆ, ਤਾਂ ਉਹ ਪੱਤਰ ਹੀ ਹੈ, ਪਰ ਉਹ ਬਿਨਾਂ ਪੱਤਰ, ਸਮਝ ਗਏ ਜੀ? ਠੀਕ ਹੈ, ਥੈਂਕ ਯੂ। ਓਕੇ ਜੀ। गुड इवनिंग मैम। ਹਾਂਜੀ, ਗੁੱਡ ਈਵਨਿੰਗ मैम 6 वाला रिपीट कर दो। ਸੁਪਰਸਕ੍ਰਿਪਸ਼ਨ। यस मैम। ਹਾਂ ਬੱਚੇ ਦੇਖੋ, ਲੈਟਰ ਜਦੋਂ ਵੀ ਅਸੀਂ ਲਿਖਦੇ ਹੁੰਦੇ ਆ ਨਾ, ਤੇ ਲੈਟਰ ਦੇ ਵਿੱਚ ਕਿੰਨਾ ਚੀਜ਼ਾਂ, ਇਹ ਮਤਲਬ ਲੈਟਰ ਦੇ ਪਾਰਟ ਹੈ। ਹੋ ਸਕਦਾ ਤੁਹਾਨੂੰ ਐਗਜ਼ਾਮ ਦੇ ਵਿੱਚ ਜਿਹੜਾ 6th ਵਾਲਾ ਨਾ ਆਵੇ, ਬਟ ਇਹ ਵੈਸੇ ਤੁਹਾਨੂੰ ਦੱਸਿਆ ਜਾਂਦਾ ਹੈ ਕਿ ਜਦੋਂ ਅਸੀਂ ਕਿਸੇ ਨੂੰ ਚਿੱਠੀ ਲਿਖ ਰਹੇ ਹਾਂ, ਤਾਂ ਚਿੱਠੀ ਦੇ ਵਿੱਚ ਸਭ ਤੋਂ ਪਹਿਲੇ ਅਸੀਂ ਹੈਡਿੰਗ ਲਿਖਦੇ ਹਾਂ। ਜਿਵੇਂ ਹੈਡਿੰਗ ਦੇ ਵਿੱਚ ਅਸੀਂ ਕੀ ਲਿਖਿਆ, ਕਿ ਜਿਹੜਾ, ਜਿਵੇਂ ਅਸੀਂ ਕਿਹਾ ਦ ਪ੍ਰਿੰਸੀਪਲ ਗੁਰੂ ਨਾਨਕ ਹਾਈ ਸਕੂਲ, ਇਹ ਅਸੀਂ ਹੈਡਿੰਗ ਕੀਤਾ, ਹੈ ਨਾ? ਉਸ ਤੋਂ ਬਾਅਦ Yes, ਅਸੀਂ ma'am. ਸੈਲੂਟੇਸ਼ਨ ਦਿੰਦੇ ਆ, ਡੀਅਰ ਮੈਮ, ਡੀਅਰ ਸਰ, ਜੋ ਵੀ ਹੈ ਨਾ, ਬਿਗਨਿੰਗ ਕਰਦੇ ਆ ਲੈਟਰ ਦੀ। ਉਸ ਤੋਂ Yes, ਬਾਅਦ ma'am. ਅਸੀਂ ਕੀ ਕਰਦੇ ਆ, ਉਹਦੀ ਬੋਡੀ ਲਿਖਦੇ ਆ, ਕਿ ਅਸੀਂ ਜਿਹੜੀ ਹੈ ਕਿ ਮੈਨੂੰ ਲੀਵ ਚਾਹੀਦੀ ਹੈ, ਇਹਦੀ ਬੋਡੀ ਹੋ ਗਈ। ਐਂਡਿੰਗ ਹੋ ਗਈ, ਜਿਵੇਂ ਅਸੀਂ ਕਿਹਾ yours affectionately, yours obediently, ਇਹ ਉਹਦੀ ਐਂਡਿੰਗ ਹੋ ਗਈ, ਠੀਕ ਹੈ? ਉਸ ਤੋਂ Okay ਬਾਅਦ मैम। ਅਸੀਂ ਰਾਈਟਰਸ ਨੇਮ, ਸਪੋਜ਼ ਮੈਂ ਆਪਣਾ ਨਾਮ ਲਿਖਿਆ, ਉਹ ਹੋ ਗਈ ਰਾਈਟਰਸ ਨੇਮ। ਐਡਰੈਸ ਹੁੰਦਾ ਹੈ ਜੋ ਅਸੀਂ ਐਨਵੈਲਪ ਦੇ ਉੱਤੇ ਲਿਖਦੇ ਹਾਂ, यस मैम। ਠੀਕ ਹੈ? ਔਨ ਦੀ ਐਨਵੈਲਪ ਔਰ ਦਾ ਪੋਸਟ ਕਾਰਡ, ਜੋ ਅਸੀਂ ਐਨਵੈਲਪ ਦੇ ਉੱਤੇ ਲਿਖਦੇ ਹਾਂ। ਮੈਂ ਤੁਹਾਨੂੰ ਹੁਣੇ ਦਿਖਾਣੀ ਆ, ਠੀਕ ਹੈ? ओके मैम। ਇਹ ਵੈਸੇ, ਇਹ ਬੱਚੇ, ਇਹ ਜਿਹੜਾ ਤੁਹਾਨੂੰ ਐਗਜ਼ਾਮ ਦੇ ਵਿੱਚ ਏਦਾਂ ਨਹੀਂ ਆਏਗਾ ਕਿ ਉਹਦੇ ਉੱਤੇ ਪੋਸਟ ਕਾਰਡ ਦੇ ਉੱਤੇ ਐਡਰੈਸ ਲਿਖੋ, ਇਹ ਵੈਸੇ ਹੀ ਤੁਹਾਨੂੰ ਦੱਸਿਆ, ओके मैम। ਇਹ ਵੈਸੇ ਹੀ ਦੱਸਿਆ ਤੁਹਾਨੂੰ, ਠੀਕ ਹੈ ਨਾ? Okay। ਮਤਲਬ ਜਦੋਂ Okay। ਅਸੀਂ ਕਿਸੇ ਨੂੰ ਲੈਟਰ ਭੇਜਦੇ ਆ, ਤੇ ਐਨਵੈਲਪ ਦੇ ਉੱਤੇ ਅਸੀਂ ਐਡਰੈਸ ਲਿਖਦੇ ਹੁੰਦੇ ਆ ਨਾ, ਆਪਣਾ ਵੀ ਲਿਖਦੇ ਹੁੰਦੇ ਆ ਤੇ ਦੂਸਰੇ Yes, ਦਾ ਵੀ ਲਿਖਦੇ ਹੁੰਦੇ ਆ ਨਾ, यस मैम। ਉਹ ਚੀਜ਼ ਹੈ। ओके मैम, थैंक यू मैम। ਹਾਂਜੀ, ਆ ਦੇਖੋ, ਹੁਣ ਤੁਹਾਨੂੰ ਇੱਕ ਐਗਜ਼ਾਮਪਲ ਦਿੰਦੇ ਆ। ਇਹ ਲੇਆਊਟ ਹੁੰਦਾ ਡਿਜ਼ਾਈਨ, ਉਹਦਾ ਪਲਾਨ ਕਿਦਾਂ ਦੇ ਹੁੰਦੇ ਆ ਪਰਸਨਲ ਲੈਟਰ। ਦੇਖੋ, ਸਭ ਤੋਂ ਪਹਿਲੇ ਹੈਡਿੰਗ, ਤੇ ਸਾਰੇ ਤੁਸੀਂ ਚੰਗੀ ਤਰ੍ਹਾਂ ਦੇਖ ਲਓ। ਹੈਡਿੰਗ ਦੇ ਵਿੱਚ ਕੀ ਹੈ, 405 ਮਾਡਲ ਟਾਊਨ ਅੰਬਾਲਾ। ਇਹ ਜਿਹੜਾ ਹੈ ਤੁਹਾਡਾ ਐਡਰੈਸ ਹੈ, ਜਿੱਥੋਂ ਤੁਸੀਂ ਲੈਟਰ ਲਿਖ ਰਹੇ ਹੋ, ਠੀਕ ਹੈ? ਸੈਲੂਟੇਸ਼ਨ ਦੇ ਵਿੱਚ ਮਾਈ ਡੀਅਰ ਫਾਦਰ,
ਬੋਡੀ ਦੇ ਵਿੱਚ ਕੀ ਆਇਆ, ਇਹ ਆ ਗਿਆ ਸਾਰਾ ਜੋ ਤੁਸੀਂ ਲੈਟਰ ਲਿਖ ਰਹੇ ਹੋ ਕਿ ਮੈਨੂੰ ਪੈਸੇ ਦੀ ਲੋੜ ਹੈ, ਮੈਂ ਹੋਸਟਲ ਵਿੱਚ ਹਾਂ, ਮੈਨੂੰ ਬੁੱਕਸ ਲਈ ਚਾਹੀਦਾ, ਵਾਟਐਵਰ, ਠੀਕ ਹੈ। ਐਂਡਿੰਗ ਦੇ ਵਿੱਚ ਤੁਸੀਂ ਲਿਖਿਆ yours affectionately, ਉਸ ਤੋਂ ਬਾਅਦ ਤੁਸੀਂ ਲਿਖਿਆ ਰਾਈਟਰਸ ਨੇਮ ਕਾਜਲ। ਇਹ ਜਿਹੜਾ ਪੋਸਟ ਕਾਰਡ ਹੈ ਇਦਾਂ ਦਾ ਹੁੰਦਾ ਹੈ, ਇੱਥੇ ਟਿਕਟਸ ਲੱਗਦੀਆਂ ਹੁੰਦੀਆਂ ਤੇ ਇੱਥੇ ਤੁਸੀਂ ਇਹ ਐਨਵੈਲਪ ਮੰਨ ਲਓ ਜਾਂ ਪੋਸਟ ਕਾਰਡ ਜੋ ਮਰਜ਼ੀ ਮੰਨ ਲਓ ਇਹਨੂੰ, ਠੀਕ ਹੈ। ਇਹਦੇ ਉੱਤੇ ਦੇਖੋ ਇਹ ਤੁਸੀਂ ਇਹ ਕਿਹਨੂੰ ਭੇਜਿਆ ਹੈ, ਪ੍ਰੋਫੈਸਰ MK ਕੋਹਲੀ 633 ਅਸ਼ੋਕ ਵਿਹਾਰ ਰੇਲਵੇ ਰੋਡ ਗੁੜਗਾਉਂ 122001। ਤੇ ਤੁਸੀਂ ਹੁਣ ਇਹਦਾ ਤੁਸੀਂ ਇੱਕ ਸਕਰੀਨਸ਼ਾਟ ਜੋ ਲੈਣਾ ਹੈ ਲੈ ਲਓ, ਇਹਦੇ ਵਿੱਚ ਸਾਰੀ ਚੀਜ਼ਾਂ, ਇਟ ਇਜ਼ ਲੇਆਊਟ ਆਫ ਅ ਪਰਸਨਲ ਲੈਟਰ। ਇਹ ਪਰਸਨਲ ਲੈਟਰ ਜਿਹੜਾ ਤੁਸੀਂ ਆਪਣੇ ਰਿਲੇਟਿਵਸ ਨੂੰ ਜਾਂ ਤੁਸੀਂ ਆਪਣੀ ਫਰੈਂਡ ਨੂੰ ਜਾਂ ਜੋ ਇਨਫਾਰਮਲ ਲੈਟਰ ਹੈ, ਸਪੋਜ਼ ਤੁਸੀਂ ਆਪਣੇ ਫਾਦਰ ਸਾਹਿਬ ਨੂੰ ਭੇਜ ਰਹੇ ਹੋ, ਤਾਂ ਹੈਡਿੰਗ, ਸੈਲੂਟੇਸ਼ਨ, ਬੋਡੀ, ਐਂਡਿੰਗ ਤੇ ਰਾਈਟਰਸ ਨੇਮ ਐਂਡ ਐਡਰੈਸ ਜਿਹਨੂੰ ਤੁਸੀਂ ਭੇਜ ਰਹੇ ਹੋ। ਲੈਟਰ ਇਦਾਂ ਦਾ ਹੁੰਦਾ ਹੈ, ਠੀਕ ਹੈ ਮੈਮ ਜਿਹੜਾ ਇਹ ਐਡਰੈਸ ਬੋਡੀ ਸਰਕ ਲਿਖਣਾ ਹੁੰਦਾ ਮੈਮ, ਇਹ ਲੈਫਟ ਸਾਈਡ ਹੀ ਲਿਖਣਾ ਹੁੰਦਾ? ਤੇ ਬੱਚੇ ਸਾਰੀ ਚੀਜ਼ ਨੂੰ ਮੈਂ ਦੱਸ ਰਹੀ ਹਾਂ, ਇਸ ਤੋਂ ਬਾਅਦ ਆਪਾਂ ਉਹਦੇ ਤੇ ਹੀ ਆਉਂਦੇ ਹਾਂ ਕਿ ਲੈਫਟ ਸਾਈਡ ਲਿਖਣਾ ਹੈ, ਕੌਮਾ ਕਿੱਥੇ ਪਾਣਾ ਹੈ, ਕਿੱਥੇ ਨਹੀਂ ਪਾਣਾ, ਠੀਕ ਹੈ। ਓਕੇ ਮੈਮ, ਇਹ ਸਾਰਾ ਕੁਝ ਹੁਣ ਮੈਂ ਆਮ ਗੋਇੰਗ ਟੂ ਟੈਲ ਯੂ ਨਾਓ, ਇਸ ਤੋਂ ਬਾਅਦ ਹੈ ਨਾ। ਓਕੇ ਮੈਮ। ਹਾਂਜੀ, ਇਹ ਸਿਰਫ ਮੈਂ ਤੁਹਾਨੂੰ ਇੱਕ ਡਿਜ਼ਾਈਨ ਦਿਖਾਇਆ ਤਾਂ ਕਿ ਤੁਸੀਂ ਉਹਨੂੰ ਰਿਲੇਟ ਕਰ ਸਕੋ, ਠੀਕ ਹੈ। ਲੇਆਊਟ ਹੁੰਦਾ ਹੈ ਬੱਚੇ, ਲੇਆਊਟ ਡਿਜ਼ਾਈਨ ਨੂੰ ਕਹਿੰਦੇ ਆ, ਕਿਸੇ ਚੀਜ਼ ਦਾ ਡਿਜ਼ਾਈਨ ਕਹਿ ਸਕਦੇ ਹੋ ਲੇਆਊਟ, ਕਿ ਇਦਾਂ ਦਾ ਹੁੰਦਾ ਹੈ, ਹਾਂ ਕਿ ਲੈਟਰ ਜਿਹੜਾ ਇਦਾਂ ਦਾ ਹੁੰਦਾ, ਇਸ ਤਰ੍ਹਾਂ ਦਾ ਹੁੰਦਾ, ਇਹਦਾ ਪਲਾਨ ਇਦਾਂ ਦਾ ਹੁੰਦਾ, ਇਹਦਾ ਡਿਜ਼ਾਈਨ ਇਦਾਂ ਦਾ ਹੁੰਦਾ ਹੈ। ਸੋ that is layout. Okay, we'll move to next slide, the heading. ਹੁਣ ਸਭ ਤੋਂ ਪਹਿਲੇ ਕੀ ਹੈ ਹੈਡਿੰਗ, ਹੁਣ ਧਿਆਨ ਨਾਲ ਇਹਨੂੰ ਪੜ੍ਹਨਾ ਸੁਣਨਾ। It consists of, consist ਮਤਲਬ ਇਹਦੇ ਵਿੱਚ ਕੀ ਹੁੰਦਾ ਹੈ, it consists of the writer's address and the date on which the letter is written. ਹੈਡਿੰਗ ਦੇ ਵਿੱਚ ਹੁਣ ਉੱਪਰ ਦੇਖੋ, ਜਿਹੜਾ ਤੁਸੀਂ ਲਾਸਟ ਸਲਾਈਡ ਤੇ ਦੇਖਿਆ ਹੋਏਗਾ, ਹੈਡਿੰਗ ਦੇ ਵਿੱਚ ਕੀ ਸੀ, ਇਹ ਦੇਖੋ 405 ਮਾਡਲ ਟਾਊਨ ਅੰਬਾਲਾ April 15। ਇਹਦੇ ਵਿੱਚ ਇਹ ਹੈਡਿੰਗ ਹੈ। ਹੈਡਿੰਗ ਦੇ ਵਿੱਚ ਕੀ ਹੁੰਦਾ ਹੈ, ਰਾਈਟਰਸ ਐਡਰੈਸ, ਰਾਈਟਰ ਜੋ ਉਹ ਲਿਖ ਰਿਹਾ ਹੈ, ਰਾਈਟਰ ਦਾ ਇੱਥੇ ਮਤਲਬ ਹੈ the one who is writing a letter, ਉਹਦਾ ਐਡਰੈਸ ਹੋਏਗਾ ਔਰ ਡੇਟ ਹੋਏਗੀ, ਠੀਕ। on which the letter is written, ਜਿਸ ਡੇਟ ਨੂੰ ਉਹ ਲੈਟਰ ਲਿਖੀ ਗਈ ਹੈ। These are written at the top left hand corner. Top left hand मतलब सब तो ऊपर left side, top left hand, top left hand, ठीक है, सब तो ऊपर left hand corner दे of the first page of the letter. ਹੁਣ ਇਹਨੂੰ ਵੀ ਕਿੱਦਾਂ ਲਿਖਣਾ ਹੈ, the number of the residence, ਹੁਣ ਮੰਨ ਲਓ ਤੁਹਾਡਾ ਮਕਾਨ ਨੰਬਰ ਹੈ, you can say 163 है ना, और स्ट्रीट नंबर 5 है, ठीक, और उस तो बाद तुसी मॉडल टाउन रहंदे हो, तो तुसी ऐदा नहीं लिखोगे मॉडल टाउन स्ट्रीट नंबर 5 163, नो, तुसी की लिखोगे the number of the residence and the name of the street or bazaar are written in the first line. सब तो पहले तुसी ऐदा लिखोगे, suppose 160 street number 5। ਅਦਰਵਾਈਜ਼ ਵੀ ਜਦੋਂ ਮੰਨ ਲਓ ਤੁਹਾਨੂੰ ਕੋਈ ਐਡਰੈਸ ਪੁੱਛਦਾ ਵੀ ਹੈ ਨਾ, ਵੈਸੇ ਵੀ ਕੋਈ ਤੁਹਾਨੂੰ ਪੁੱਛੇ ਵੀ ਤੁਸੀਂ ਕਿੱਥੇ ਰਹਿੰਦੇ ਹੋ, ਆਪਣਾ ਐਡਰੈਸ ਦੱਸੋ, ਤਾਂ ਤੁਸੀਂ ਇਹ ਨਹੀਂ ਕਹੋਗੇ ਪੰਜਾਬ ਲੁਧਿਆਣਾ ਇਹ ਵਾਲਾ ਏਰੀਆ ਤੇ ਲਾਸਟ ਵਿੱਚ ਦੱਸੋ ਘਰ ਦਾ ਨੰਬਰ ਹੈ, ਨਹੀਂ, ਤੁਹਾਨੂੰ ਸਭ ਤੋਂ ਪਹਿਲੇ ਆਪਣੇ ਘਰ ਦਾ ਨੰਬਰ ਦੱਸਣਾ ਚਾਹੀਦਾ ਹੈ, ਫਿਰ ਸਟਰੀਟ ਨੰਬਰ ਦੱਸਣਾ ਚਾਹੀਦਾ ਹੈ, ਫਿਰ ਉਹ ਏਰੀਆ ਦੱਸਣਾ ਚਾਹੀਦਾ ਹੈ, ਫਿਰ ਉਸ ਤੋਂ ਬਾਅਦ ਡਿਸਟ੍ਰਿਕਟ ਦੱਸਣਾ ਚਾਹੀਦਾ ਹੈ, ਦੈਨ ਉਸ ਤੋਂ ਬਾਅਦ ਸਟੇਟ ਦੱਸਣੀ ਚਾਹੀਦੀ ਹੈ। ਓਕੇ, ਜੇ ਤੁਹਾਨੂੰ ਇਫ ਸਮਵਨ ਆਸks you your address, then you can write, you can tell like this. So ਸਭ ਤੋਂ ਪਹਿਲੇ ਅਸੀਂ ਨੰਬਰ ਲਿਖਾਂਗੇ, as you can see ਸਭ ਤੋਂ ਪਹਿਲੇ ਕੀ ਲਿਖਿਆ ਹੈ 405 ਘਰ ਦਾ ਨੰਬਰ, ਮਾਡਲ ਟਾਊਨ ਯਾਨੀ ਹੁਣ ਸਟਰੀਟ ਨੰਬਰ ਅਗਰ ਨਹੀਂ ਹੈ ਤਾਂ ਜਿਸ ਏਰੀਆ ਵਿੱਚ ਤੁਸੀਂ ਰਹਿੰਦੇ ਹੋ ਜਾਂ ਜਿਸ ਸਟਰੀਟ ਵਿੱਚ ਰਹਿੰਦੇ ਹੋ ਜਾਂ ਜਿਸ ਬਾਜ਼ਾਰ ਵਿੱਚ ਤੁਸੀਂ ਰਹਿੰਦੇ ਹੋ ਜਾਂ ਉਹ ਏਰੀਆ, ਜਿਵੇਂ ਅਸੀਂ ਕਹਿੰਦੇ ਮਾਡਲ ਟਾਊਨ ਹੈ, ਰਣਜੀਤ ਐਵੇਨਿਊ ਹੈ,
कोई भी ਤੁਹਾਡਾ कोई भी एरिया, ठीक है, उस जगह ਦਾ, ठीक है। देन अंबाला, उस तो बाद ਤੁਹਾਡਾ टाउन या ਤੁਹਾਡੀ सिटी ਦਾ नाम आएगा। ओके, 405 मॉडल टाउन अंबाला। ओके जी। नेक्स्ट इज, उस तो बाद लिखिया जाता है ਇਹ फर्स्ट लाइन ਦੇ ਵਿੱਚ, and name of the town is written in second line। ਜਿਵੇਂ ਤੁਸੀਂ ਲਿਖਦੇ ਹੋ ਨਾ 405 मॉडल टाउन लुधियाना, सेकंड लाइन ਦੇ ਵਿੱਚ ਹੈਗਾ, it is written second line, name of the town is written in the second line, the date is written below the address। ਜਿਹੜਾ ਤੁਹਾਡਾ ਐਡਰੈਸ ਹੈ ਡੇਟ ਉਹਦੇ ਨੀਚੇ ਲਿਖੀ ਜਾਏ, ਠੀਕ ਹੈ। next is the date may be written in either of the following ways। ਹੁਣ date ਵੀ ਬੜੇ ਤਰੀਕੇ ਨਾਲ ਲਿਖਣੀ ਹੈ। date ਕਿਸ ਤਰ੍ਹਾਂ ਲਿਖਣੀ ਹੈ, ਇਹ ਬੱਚੇ ਮੈਂ ਤੁਹਾਨੂੰ ਐਗਜ਼ਾਮ ਪੁਆਇੰਟ ਆਫ ਵਿਊ ਨਾਲ ਦੱਸ ਰਹੀ ਹਾਂ, ਹੈ ਨਾ। ਤੁਸੀਂ ਇੱਕ ਤਰੀਕੇ ਨਾਲ ਲਿਖ ਸਕਦੇ ਹੋ March 1 2020, March 1 2020, or you can write like 1st March 2020। ਹੁਣ ਇਹ ਪੈਟਰਨ ਚੇਂਜ ਹੋ ਗਿਆ। ਮੇਰੇ ਟਾਈਮ ਤੇ ਕੀ ਹੁੰਦਾ ਸੀ, ਇਹਦੇ ਨਾਲ ਨਾ फर्स्ट ST भी ਅਸੀਂ ਲਗਾਉਂਦੇ ਹੁੰਦੇ ਸੀ, ਸੋ ਇਹਨੂੰ ਬੋਲਦੇ ਸੀਗੇ 1st March 2020। ਸਾਡੇ ਮਾਰਕਸ ਕੱਟ ਹੋ ਜਾਂਦੇ ਸੀ ਅਗਰ 1st March ਜਾਂ 2nd March ਨਹੀਂ। ਹੁਣ ਥੋੜਾ ਪੈਟਰਨ ਹੈ ਨਾ, ਬਹੁਤ ਚੀਜ਼ਾਂ ਦਾ ਚੇਂਜ ਹੋ ਗਿਆ। ਅੱਗੇ ਅਸੀਂ ਰਾਈਟ ਹੈਂਡ ਸਾਈਡ ਤੇ ਲਿਖਦੇ ਹੁੰਦੇ ਸੀਗੇ, ਹੁਣ ਟੋਟਲ ਸਾਰਾ ਲੈਫਟ ਹੈਂਡ ਸਾਈਡ ਤੇ ਹੁੰਦਾ ਹੈ ਨਾ। ਸੋ ਥਿੰਗਸ ਹੈਵ ਚੇਂਜਡ ਨਾਓ। ਓਕੇ, ਸੋ ਜੋ ਹੁਣ ਦਾ ਪੈਟਰਨ ਆ ਰਿਹਾ ਉਹ ਇਹ ਹੈ ਕਿ ਤੁਸੀਂ ਇਹਨਾਂ ਦੋਨਾਂ ਵਿੱਚੋਂ ਦੇਖੋ, ਫਰਸਟ ਵਾਲੇ ਦੇ ਵਿੱਚ ਕੌਮਾ ਪਾਇਆ, ਸੈਕੰਡ ਵਾਲੇ ਚ ਕੌਮਾ ਨਹੀਂ ਪਾਇਆ। ਔਰ ਉਸ ਤੋਂ ਬਾਅਦ अच्छा साडे ਇਹਦੇ ਵੀ ਮਾਰਕਸ ਹੁੰਦੇ ਸੀਗੇ ਕਿ ਤੁਸੀਂ ਕੋਮਾ ਕਿੱਥੇ ਪਾਇਆ, ਫੁੱਲ ਸਟਾਪ ਕਿੱਥੇ ਪਾਇਆ, 2 ਤੋਂ ਬਾਅਦ ਕੋਮਾ ਨਹੀਂ ਪਾਣਾ। ਅਗਰ ਜਿਹਨੇ ਪਾਤਾ ਉਹਦੇ ਮਾਰਕਸ। ਹੁਣ ਕਿਤੇ ਕੋਮਾ ਫੁੱਲ ਸਟਾਪ ਨਹੀਂ ਹੁੰਦਾ, ਠੀਕ ਹੈ ਨਾ। ਤੁਸੀਂ ਨੋਟਿਸ ਕਰਨਾ ਇਹਦੇ ਵਿੱਚ। ਇਹ ਦੇਖੋ ਲਾਸਟ ਵਿੱਚ 405 ਤੋਂ ਬਾਅਦ ਕੋਈ ਕੋਮਾ ਨਹੀਂ, ਮਾਡਲ ਟਾਊਨ ਤੋਂ ਬਾਅਦ ਕੋਈ ਫੁੱਲ ਸਟਾਪ ਨਹੀਂ ਹੈ, ਅੰਬਾਲਾ ਤੋਂ ਬਾਅਦ ਕੋਈ ਫੁੱਲ ਸਟਾਪ ਨਹੀਂ ਹੈ, ਡੇਟ ਤੋਂ ਬਾਅਦ ਕੋਈ ਫੁੱਲ ਸਟਾਪ ਨਹੀਂ ਹੈ, ਸੈਲੂਟੇਸ਼ਨ ਤੋਂ ਬਾਅਦ ਕੋਈ ਕੋਮਾ ਨਹੀਂ, ਕੁਝ ਨਹੀਂ ਹੈ। ਪਰ ਜਦੋਂ ਤੁਸੀਂ ਲੈਟਰ ਦੀ ਐਂਡਿੰਗ ਕਰੋਗੇ ਨਾ, ਉਹਦੇ ਵਿੱਚ ਜਿਹੜੇ ਸੈਂਟੈਂਸਸ ਲਿਖੋਗੇ ਉਹਦੇ ਵਿੱਚ ਫੁੱਲ ਸਟਾਪ ਆਣਾ ਹੈ। ਜਿੱਥੇ ਸੈਂਟੈਂਸਸ ਲਿਖੋਗੇ ਨਾ ਉੱਥੇ ਪੰਕਚੁਏਸ਼ਨ ਦਾ ਧਿਆਨ ਰੱਖਣਾ ਹੈ। ਅਦਰਵਾਈਜ਼ ਇਹਦੇ ਵਿੱਚ ਕਿਤੇ ਵੀ ਫੁੱਲ ਸਟਾਪ ਜਾਂ ਕੋਮਾ ਨਹੀਂ ਆ ਰਿਹਾ। ਹਾਂ, ਡੇਟ ਜਿਹੜੀ ਤੁਸੀਂ ਲਿਖ ਰਹੇ ਹੋ, ਅਗਰ ਤੁਸੀਂ ਲਿਖਿਆ April 15 ਤਾਂ ਉਸ ਤੋਂ ਬਾਅਦ ਕੋਮਾ ਆਏਗਾ, ਬਟ ਲਾਸਟ ਵਿੱਚ ਫੁੱਲ ਸਟਾਪ ਨਹੀਂ ਆਏਗਾ। ਸੋ ਕੀਪ ਦਿਸ ਥਿੰਗ ਇਨ ਮਾਈਂਡ। ਓਕੇ, ਸੋ ਯੂ ਕੈਨ ਰਾਈਟ date in either of these ways। ਤੁਸੀਂ ਇਹਨਾਂ ਦੋਨਾਂ ਚੋਂ ਕਿਸੇ ਵੇ ਨਾਲ ਵੀ ਲਿਖ ਸਕਦੇ ਹੋ। ਫਰਸਟ ਵਾਲਾ ਬੈਟਰ ਹੈ, ਥੋੜਾ ਜ਼ਿਆਦਾ ਧਿਆਨ ਚ ਰਹਿੰਦਾ ਹੈ। March 1 2020, ਠੀਕ ਹੈ, ਜਾਂ 1st March 2020 you can write। ਇੱਥੇ ਤੱਕ ਕਿਸੇ ਦਾ ਕੋਈ ਕੁਐਸਚਨ? ਹਾਂਜੀ Ma'am, ਹਾਂਜੀ। firstly, when we write heading, then we write first of all the home name, then street name. Ma'am, my question is, ma'am, if we have a street number, then how to write that? ਬੱਚੇ ਬਟ ਸਟਰੀਟ ਨੰਬਰ ਜਿਹੜਾ ਹੈ ਨਾ, ਤੁਸੀਂ ਕਹਿ ਰਹੇ ਹੋ ਹਾਊ ਟੂ ਰਾਈਟ, ਜੇ ਲਿਖਣਾ ਹੈ ਤਾਂ ਤੁਸੀਂ ਕਰੋਗੇ ਸਟਰੀਟ ਨੰਬਰ 5, ਸਟਰੀਟ ਨੰਬਰ 3। Okay, ma'am. ਹਾਂ, ਇਦਾਂ ਲਿਖ ਸਕਦੇ Ma'am, ਇਹਦੇ ਵਿੱਚ ਫਿਰ ਕੋਮਾ ਤੇ ਨਹੀਂ ਆਏਗਾ ਮੈਮ? ਮੀਨਸ ਆਫਟਰ ਮੈਮ ਨਹੀਂ ਹੋਮ ਨੰਬਰ। ਓਕੇ ਮੈਮ। ਵੈਸੇ ਨਾਰਮਲੀ ਅਸੀਂ ਜਿਹੜਾ ਹੈ ਨਾ ਸਟਰੀਟ ਨੰਬਰ ਨਹੀਂ ਪਾਉਂਦੇ ਹੁੰਦੇ। ਨਾਰਮਲੀ ਅਸੀਂ ਕੀ ਕਹਿੰਦੇ, ਮੰਨ ਲਓ ਸਟਰੀਟ ਦਾ ਕੋਈ ਨਾਮ ਹੈ, ਮੰਨ ਲਓ ਉਸ ਗਲੀ ਦਾ ਨਾਮ ਹੈ, ਸਪੋਜ਼ ਕਰੋ ਜਿਵੇਂ ਬੜਾ ਬਾਜ਼ਾਰ ਕੋਲਕਾਤਾ ਵਿੱਚ ਹੈ, ਉਹ ਗਲੀ ਹੈ ਨਾ, ਜਿਵੇਂ ਆਪਾਂ ਕਹਿ ਦਿੰਦੇ ਹਾਂ ਉਹ ਬੜਾ ਬਾਜ਼ਾਰ, ਤਾਂ ਉੱਥੇ ਉਹ ਚੀਜ਼ ਤੁਸੀਂ ਲਿਖ ਸਕਦੇ ਹੋ, ਉਹ ਏਰੀਆ ਦਾ ਨਾਮ ਲਿਖ ਸਕਦੇ ਹੋ। ਵੈਸੇ ਸਟਰੀਟ ਨੰਬਰ 5 ਇਨ ਡੋਂਟ ਰਾਈਟ। ਓਕੇ ਮੈਮ, ਬਿਕੋਜ਼ ਮੈਮ ਵਿਲੇजेस ਵਿੱਚ ਮੈਮ ਜੋ ਸਟਰੀਟ ਨੇਮ ਨਹੀਂ ਹੁੰਦੇ ਮੈਮ, ਓਨਲੀ ਨੰਬਰਸ ਹੁੰਦੇ ਨੇ। ਹਾਂ, ਨੰਬਰਸ ਹੀ ਹੁੰਦੇ ਨੇ। ਓਕੇ ਮੈਮ, ਠੀਕ ਹੈ ਜੀ। ਠੀਕ ਹੈ। ਕਮਲਜੀਤ ਕੌਰ ਦਾ ਵੀ ਹੈ। ਹਾਂਜੀ, ਕਮਲਜੀਤ ਕੌਰ। ਮੈਮ ਜਿਹੜੇ 1 March 2020 ਤੇ ਅਗਰ ਮਾਰਚ ਦੀ ਥਾਂ 3 ਪਾ ਦਈਏ? ਨੋ ਨਾਟ ਐਟ ਆਲ। ਇਹੀ ਚੀਜ਼ ਦਾ ਧਿਆਨ ਰੱਖਣਾ ਕਿ ਤੁਸੀਂ ਜਿਹੜੀ ਡੇਟ ਹੈ ਨਾ ਦੋਨਾਂ ਦੇ ਵਿੱਚੋਂ ਹੀ ਲਿਖੋਗੇ ਬਸ। ਠੀਕ ਹੈ ਮੈਮ। ਸਮਝੇ ਬੱਚੇ? ਓਕੇ ਜੀ। ਹਾਂ, ਏਦਾਂ ਨਹੀਂ ਲਿਖਣਾ 1/3/2020। ਆਪਾਂ ਜ਼ਿਆਦਾਤਰ ਇਹ ਗਲਤੀ ਕਰ ਜਾਂਦੇ ਹੁੰਦੇ ਆ, है ना। 1/3/2020 ਏਦਾਂ ਨਹੀਂ ਲਿਖਣਾ। ਯੂ ਹੈਵ ਟੂ ਰਾਈਟ March 1, 2020 or 1st March 2020। ਓਕੇ, ਠੀਕ ਹੈ। ਹਾਂਜੀ मैम
हाँ जी हाँ जी ਮੈਮ ਤੁਸੀਂ ਬੋਲਿਆ ਕਿ ਜਿਹੜਾ ਸਟਰੀਟ ਐਂਡ ਬਾਜ਼ਾਰ ਨੇਮ ਉਹ ਇੱਕੋ ਫਸਟ ਲਾਈਨ ਵਿੱਚ ਹੀ ਲਿਖਣਾ ਵਾ हाँ जी ਤੇ हाँ ਮੈਮ जी ਜੇਕਰ ਉਹ ਮਤਲਬ ਏਦਾਂ ਹੋਵੇ ਵੀ ਮਾਡਲ ਟਾਊਨ ਸਟਰੀਟ ਨੰਬਰ 3 ਤੇ ਫਿਰ ਮੈਮ ਪੂਰਾ ਇੱਕੋ ਲਾਈਨ 'ਚ ਹੀ ਲਿਖਣਾ ਜੀ। हाँ बेटा मैं तेन कह रही ना वैसे स्ट्रीट नंबर नहीं ਆਪਾਂ स्ट्रीट नेम हो सकता स्ट्रीट नंबर नहीं ਅਸੀਂ ਜਿਵੇਂ ਸਿੰਪਲੀ ਇੰਨਾ ਹੀ ਲਿਖਾਂਗੇ ਆਪਣਾ ਘਰ ਦਾ ਨੰਬਰ ਯੈਸ ਮੈਮ ਔਰ ਉਹ ਏਰੀਆ ਯੈਸ ਮੈਮ ਘਰ ਦਾ ਨੰਬਰ ਏਰੀਆ ਬਸ ਓਕੇ ਮੈਮ ठीक ਤੇ है ਮੈਮ ਜਿਹੜਾ ਸ਼ਹਿਰ ਲਿਖਣਾ ਹੁੰਦਾ ਉਹ ਤਾਂ ਉਹਦੇ ਨੀਚੇ ਹੀ नीचे ਲਿਖਣਾ ਹੁੰਦਾ ਨਾ ਐਡਰੈਸ ਤੇ। वो नीचे लिखोगे बेटी ਯੈਸ ਮੈਮ ਥੈਂਕ है ਯੂ ना ਮੈਮ। ओके जी ਮੈਮ हाँ जी ਜਦੋਂ ਆਪਾਂ ਲੈਟਰ ਸਟਾਰਟ ਕਰਦੇ ਆ ਮੈਮ ਉਦੋਂ ਆਪਾਂ ਜਿਹੜਾ ਮਤਲਬ ਆਪਣਾ ਐਡਰੈਸ ਲਿਖਦੇ ਆ। हाँ जी देखो की लिखा सब तो ऊपर इट कंसिस्ट्स ऑफ द राइटर्स एड्रेस ਓਕੇ ਮੈਮ ਬੱਚੇ ਹਜੇ ਆਪਾਂ ਇੱਕ ਇਨਫਾਰਮਲ ਲੈਟਰ ਦੀ ਗੱਲ ਕਰ ਰਹੇ ਹਾਂ ਆਪਾਂ ਜਿਹੜਾ ਮੈਂ ਤੇਰਾ ਲੇਆਊਟ ਵੀ ਤੁਹਾਨੂੰ ਦਿਖਾਇਆ ਸੀ ਨਾ ਇਨਫਾਰਮਲ yes. ਲੈਟਰ ਹੈ ਹਜੇ ਆਪਾਂ ਐਪਲੀਕੇਸ਼ਨ ਨਹੀਂ ਕਰ ਰਹੇ ਓਕੇ ਮੈਮ ਆਪਾਂ Ma'am, ਇਨਫਾਰਮਲ ਜਦੋਂ- ਲੈਟਰਸ ਦੀ ਗੱਲ ਕਰ ਰਹੇ ਹਾਂ ਹੈ ਨਾ ਇਹ ਸਭ ਜਿਵੇਂ ਮੈਂ ਉਹ ਜਿਹੜਾ ਮੈਂ ਤੁਹਾਨੂੰ ਹੁਣੇ ਲੇਆਊਟ ਦਿਖਾਇਆ ਨਹੀਂ ਸੀ ਮੈਮ ਯੈਸ ਉਹਦੇ ਵਿੱਚ ਕੀ ਸੀਗਾ ਮੰਨ ਲਓ ਆਪਾਂ ਲੈਟਰ ਟੂ ਮਾਈ ਫਾਦਰ ਹੈ ਨਾ ਲੈਟਰ ਟੂ ਫਾਦਰ ਲਿਖਿਆ ਤਾਂ ਜਿੱਥੋਂ ਮੈਂ ਲਿਖ ਰਹੀ ਹਾਂ ਆਪਾਂ ਫਾਦਰ ਨੂੰ ਅਗਰ ਲੈਟਰ ਲਿਖ ਰਹੇ ਹਾਂ ਇਟ ਮੀਨਸ ਫਾਦਰ ਕਿਤੇ ਹੋ ਰਿਹਾ ਮੈਂ ਕਿਤੇ ਹੋ ਰਹਾ ਮੈਮ ਯੈਸ ਤਾਂ ਫਿਰ ਮੈਂ ਸਭ ਤੋਂ ਪਹਿਲੇ ਉੱਪਰ ਆਪਣਾ ਐਡਰੈਸ ਲਿਖਾਂਗੀ ਕਿ ਇੱਥੋਂ ਹਾਂ ਮੈਂ ਓਕੇ ਮੈਮ है ना भी मैं इथों लिख रही हाँ ते नीचे फिर मैं शुरू करांगी डियर फादर जो भी ਓਕੇ ਮੈਮ ਜਦੋਂ ਐਨਵੈਲਪ ਆ ਮੈਮ ਉਹਦੇ ਉੱਤੇ ਮੈਮ ਆਪਾਂ ਜਿਹਨੂੰ ਲੈਟਰ ਭੇਜ ਰਹੇ ਆ ਉਹਦਾ ਐਡਰੈਸ ਲਿਖਣਾ ਹੈ। यस हाँ ਹੁਣ ਮੰਨ ਲਓ ਤੁਸੀਂ ਯੂਨੀਵਰਸਿਟੀ ਨੂੰ ਕੁਝ ਭੇਜਣਾ ਹੈ ਤਾਂ ਐਨਵੈਲਪ ਦੇ ਵਿੱਚ ਆਪਣੇ ਡਾਕੂਮੈਂਟਸ ਪਾ ਕੇ ਯੂਨੀਵਰਸਿਟੀ ਨੂੰ ਭੇਜ ਦਿਓ ਤੇ ਉੱਤੇ ਪੰਜਾਬ ਯੂਨੀਵਰਸਿਟੀ ਦਾ ਐਡਰੈਸ ਲਿਖਦੇ ਹੋ ਨਾ ਮੈਮ ਯੈਸ हाँ ਥੈਂਕ ਯੂ ਮੈਮ ठीक है जी ओके जी सो ये हो गया हेडिंग नेक्स्ट है द सैल्यूटेशन सैल्यूटेशन ਹੁੰਦਾ ਹੈ ਜਦੋਂ ਤੁਸੀਂ ਉਹਨੂੰ ਗ੍ਰੀਟ ਕਰ ਰਹੇ ਹੋ ਹੈ ਨਾ ਜਦੋਂ ਤੁਸੀਂ ਉਹਨੂੰ ਮਿਲ ਰਹੇ ਹੋ ਯਾਨੀ ਜਦੋਂ ਆਪਾਂ ਕਹਿੰਦੇ ਆ ਮਾਈ ਡੀਅਰ ਸਨ ਮਾਈ ਡੀਅਰ ਡਾਟਰ ਉਹਦਾ ਜਿਹੜਾ ਨਾਮ ਹੈ ਇਹ ਬੱਚੇ ਹਜੇ ਅਸੀਂ ਸਿਰਫ ਲੈਟਰਸ ਦੀ ਗੱਲ ਕਰ ਰਹੇ ਹਾਂ ਠੀਕ ਹੈ ਸੋ ਇਟ ਇਜ਼ ਦ ਨਾਰਮਲ ਵੇ ਆਫ ਬਿਗਨਿੰਗ ਅ ਲੈਟਰ ਨੂੰ ਸਟਾਰਟ ਕਰਨ ਦਾ ਇੱਕ ਬੜਾ ਸਧਾਰਨ ਤਰੀਕਾ ਹੈ it depends upon the intimacy of the writer with the person addressed to ਹੁਣ ਤੁਸੀਂ ਆਪਣੀ ਫਰੈਂਡ ਨੂੰ ਲੈਟਰ ਲਿਖ ਰਹੇ ਹੋ ਇੰਟੀਮੇਸੀ ਹੁੰਦਾ ਤੁਹਾਡੀ ਕਿੰਨੀ ਕੁ ਨੇੜਤਾ ਹੈ ਉਹਦੇ ਨਾਲ ਹੁਣ ਜਿਵੇਂ ਅਗਰ ਆਪਾਂ ਫਾਦਰ ਨੂੰ ਲਿਖ ਰਹੇ ਹਾਂ ਆਪਾਂ ਹੈ ਨਾ ਆਪਾਂ ਕਿੰਨੀ ਉਹਦੇ ਵਿੱਚ ਡੀਅਰ ਫਾਦਰ ਲਿਖਾਂਗੇ ਹੈ ਨਾ ਜਾਂ ਡੀਅਰ ਅੰਕਲ ਲਿਖਾਂਗੇ ਕਿੰਨੀ ਕੁ ਨੇੜਤਾ ਹੈ ਤੁਹਾਡੀ ਉਹਦੇ ਤੇ ਡਿਪੈਂਡ ਕਰਦਾ ਹੈ ਠੀਕ ਹੈ ਹੁਣ ਜੇ ਤੁਸੀਂ ਜ਼ਿਆਦਾ ਨੇੜੇ ਨਹੀਂ ਹੋ ਤੇ ਤੁਸੀਂ ਇਹ ਡਿਪੈਂਡ ਕਰਦਾ ਹੈ ਠੀਕ ਹੈ ਕਿ ਤੁਸੀਂ ਉਹਨੂੰ ਕਿਸ ਤਰ੍ਹਾਂ ਐਡਰੈਸ ਕਰਦੇ ਹੋ ਕਿਸ ਤਰ੍ਹਾਂ ਉਹਦੇ ਨਾਲ ਇੱਥੇ ਐਡਰੈਸ ਦਾ ਮਤਲਬ ਹੈ ਕਿਸ ਤਰ੍ਹਾਂ ਸੰਬੋਧਨ ਕਰਦੇ ਹੋ ਤੁਸੀਂ ਆਪਣੇ ਬੱਚੇ ਨੂੰ ਲਿਖ ਰਹੇ ਹੋ ਤੁਸੀਂ ਮਾਈ ਡੀਅਰ ਵੀ ਲਿਖ ਸਕਦੇ ਹੋ ਅਗਰ ਤੁਸੀਂ ਸਿੰਪਲ ਫਰੈਂਡ ਨੂੰ ਲਿਖੋ ਤੁਸੀਂ ਡੀਅਰ ਵੀ ਲਿਖ ਸਕਦੇ ਹੋ ਤਾਂ ਇਟ ਡਿਪੈਂਡਸ ਅਪਨ ਦੀ ਇੰਟੀਮੇਸੀ ਆਫ ਦਾ ਰਾਈਟਰ ਜਿਸ ਪਰਸਨ ਨਾਲ ਤੁਸੀਂ ਹੁਣ ਦੇਖੋ ਸਪੋਜ਼ ਕਰੋ ਤੁਸੀਂ ਇਹ ਲੈਟਰ ਅਗਰ ਆਪਣੇ ਬੌਸ ਨੂੰ ਲਿਖ ਰਹੇ ਹੋ ਤਾਂ ਉੱਤੇ ਤੁਸੀਂ ਮਾਈ ਡੀਅਰ ਨਹੀਂ ਲਿਖੋਗੇ ਡੀਅਰ ਸਰ ਲਿਖ ਦਿੰਦੇ ਹੋ ਜਾਂ ਰਿਸਪੈਕਟਡ ਸਰ ਲਿਖ ਦਿੰਦੇ ਹੋ ਬਟ ਮਾਈ ਡੀਅਰ ਨਹੀਂ ਲਿਖਦੇ ਹੈ ਨਾ ਸੋ ਜਿਹਦੇ ਨਾਲ ਜਿੰਨੀ ਤੁਹਾਡੀ ਨੇੜਤਾ ਹੈ ਜਾਂ ਤੁਹਾਡਾ ਉਹਦੇ ਨਾਲ ਕੀ ਰਿਲੇਸ਼ਨ ਹੈ ਉਹ ਤੁਹਾਡਾ ਬੌਸ ਹੈ ਕਿ ਇਹ ਉਹਦੇ ਤੇ ਡਿਪੈਂਡ ਕਰਦੀ ਹੈ ਸੈਲੂਟੇਸ਼ਨ ਠੀਕ ਹੈ ਇਟ ਇਜ਼ ਰਿਟਨ ਅ ਲਿਟਲ ਬਿਲੋ ਦ ਡੇਟ ਐਂਡ ਔਨ ਦੀ ਲੈਫਟ ਹੈਂਡ ਸਾਈਡ ਆਫ ਦ ਲੈਟਰ ਹਾਂ ਲਵਪ੍ਰੀਤ ਕੌਰ ਕੀ ਕਹਿ ਰਹੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਬੱਚੇ ਮੈਮ ਤੁਸੀਂ ਇੱਕ ਵਰਡ ਬੋਲਿਆ ਮੈਮ ਇੰਟੀਮੇਸੀ ਮੈਮ ਇਹਦਾ ਮਤਲਬ ਕੀ ਹੈ ਇੰਟੀਮੇਸੀ ਬੱਚੇ ਇੰਟੀਮੇਸੀ ਮੀਨਸ ਤੁਹਾਡੀ ਕਿੰਨੀ ਕੁ ਉਹਦੇ ਨਾਲ ਨੇੜਤਾ ਹੈ ਓਕੇ ਮੈਮ ਨੇੜਤਾ ਹੈ ਨਾ ਕਿੰਨੀ ਕੁ ਨੇੜੇ ਹੋ ਤੁਸੀਂ ਉਹਦੇ ਨਾਲ ਕਿੰਨੀ ਕੁ ਤੁਹਾਡਾ ਨੇੜੇ ਦਾ ਰਿਸ਼ਤਾ ਹੈ ਇੰਟੀਮੇਸੀ ਠੀਕ ਹੈ ਨਾ ਜਿਵੇਂ ਅਸੀਂ ਸਾਡੇ ਬਹੁਤ ਸਾਰੇ ਫਰੈਂਡਸ ਨਾਲ ਬਹੁਤ ਇੰਟੀਮੇਸੀ ਹੁੰਦੀ ਹੈ ਅਸੀਂ ਉਹਨਾਂ ਨੂੰ ਬੜੇ ਸੀਕ੍ਰੇਟ ਸ਼ੇਅਰ ਕਰਦੇ ਆ ਆਪਣੇ ਫਰੈਂਡ ਮਤਲਬ ਜਿੰਨੀ ਨੇੜਤਾ ਆਪਾਂ ਇਹਨੂੰ ਕਹਿ ਸਕਦੇ ਹਾਂ ਇੰਟੀਮੇਸੀ ਹਾਂਜੀ it is written a little below the date and on the left hand side of the letter ਅਸੀਂ ਇਹਨੂੰ left hand side ਤੇ ਲਿਖਦੇ ਹਾਂ ਔਰ date ਤੋਂ ਥੋੜਾ ਜਿਹਾ ਨੀਚੇ ਕਰਕੇ ਲਿਖਦੇ ਹਾਂ little below the date ਇਹ ਬੱਚੇ ਜੇ ਪਲੇਨ ਪੇਪਰ ਹੈ ਅਦਰਵਾਈਜ਼ ਆਪਾਂ ਇੱਕ ਲਾਈਨ ਛੱਡ ਦਿੰਦੇ ਹੁੰਦੇ ਆ ਹਾਂ ਇੰਟੀਮੇਸੀ ਮੈਂ ਦੱਸਿਆ ਨਾ ਹੁਣੇ ਕਿ ਤੁਹਾਡੀ ਕਿਸੇ ਦੇ ਨਾਲ ਕਿੰਨੀ ਕੁ ਨੇੜਤਾ ਹੈ ਇੰਟੀਮੇਸੀ ਨੇੜਤਾ ਸਮਝ ਗਏ ਕਿੰਨੀ ਕੁ ਨੇੜੇ ਹੋ ਤੁਸੀਂ ਕਿਸੇ ਦੇ ਇਹ ਉਹਦੇ ਤੇ ਡਿਪੈਂਡ ਕਰਦਾ ਹੈ ਠੀਕ
So ਇਹਦੇ ਵਿੱਚ first letter, first word, its first and last word begin with a capital letter. ਜਿਵੇਂ ਅਗਰ ਲਿਖਿਆ ਮੈਂ my dear Japan, so first word ਦਾ first letter and last word ਦਾ first letter ਜਿਹੜਾ ਹੈ capital, last word ਤਾਂ ਵੈਸੇ name ਦਾ ਹੋਏਗਾ ਨਾ, last word ਦਾ name ਹੋਏਗਾ ਜਾਂ sir ਹੋਏਗਾ ਜਾਂ madam ਹੋਏਗਾ, so ਉਹਦਾ ਵੀ ਅਸੀਂ capital ਰੱਖਣਾ ਹੈ, dear ਨੂੰ capital ਨਹੀਂ, first word ਅਗਰ dear first word ਹੈ ਤਾਂ dear ਦਾ D capital ਹੋਏਗਾ, ਤੁਸੀਂ ਬਸ ਇਹ ਯਾਦ ਰੱਖਣਾ ਹੈ first ਔਰ last word ਦਾ first letter capital ਹੋਏਗਾ, ਚਾਹੇ ਉਹ ਦੋ ਹੈ ਚਾਹੇ ਤਿੰਨ ਹੈ। ਅਗਰ ਹੋਵੇ ਸਿੰਪਲ ਹੋਵੇ dear Japan ਤਾਂ D capital J capital, my dear Japan ਤਾਂ my ਦਾ M capital, ਫਿਰ dear ਦਾ ਨਹੀਂ ਆਏਗਾ, ਫਿਰ ਜਿਹੜਾ ਨਾਮ ਹੋਏਗਾ ਉਹਦਾ, ਠੀਕ ਹੈ। ਸੋ ਇਹਦਾ ਜਿਹੜਾ ਹੈ first ਔਰ last word ਦਾ first letter will be capital. capital ਮਤਲਬ ਵੱਡੇ ਵਾਲਾ ਹੋਏਗਾ, capital and small letters ਤੁਹਾਨੂੰ ਪਤਾ ਹੋਏਗਾ ਨਾ, capital letter ਯਾਨੀ ਜਿਹੜੇ big letters and small letters ਆਪਾਂ ਕਹਿੰਦੇ ਹਾਂ, ਠੀਕ ਹੈ। so this was the salutation, ਤੁਸੀਂ ਮਿਲੇ ਹੋ ਕਿਸੇ ਨੂੰ my dear Japan, my dear Amrit, my dear whatever ਤੁਸੀਂ ਕਹਿ ਰਹੇ ਹੋ, ਠੀਕ ਹੈ। ਕਿਸੇ ਦਾ ਵੀ ਨਾਮ ਜਿਹੜਾ ਹੈ ਉਹਨੂੰ salutation ਕਰ ਰਹੇ ਹੋ, greet ਕਰ ਰਹੇ ਹੋ, ਮਿਲ ਰਹੇ ਹੋ, ਹੈ ਨਾ, ਉਹਨੂੰ ਸੰਬੋਧਨ ਕਰ ਰਹੇ ਹੋ। next is the body of the letter. ਹੁਣ ਲੈਟਰ ਦੇ ਵਿੱਚ ਅਸੀਂ ਹੁਣ ਉਹਦੀ ਬੋਡੀ ਦੇ ਵਿੱਚ ਕੀ ਲਿਖਣਾ ਹੈ, ਉਹਦਾ ਕੀ ਹੈ ਪੂਰਾ, ਉਹਦੀ ਲੈਟਰ ਦੇ ਵਿੱਚ ਲਿਖਣਾ ਕੀ ਹੈ। so it contains the message of the letter. ਹੁਣ ਜੋ ਲੈਟਰ ਦੇ ਵਿੱਚ ਐਕਚੁਅਲੀ ਲਿਖਣਾ ਹੈ ਉਹ ਹੈ ਅਸੀਂ ਉਹਦੀ ਬੋਡੀ ਵਿੱਚ ਲਿਖਾਂਗੇ, ਠੀਕ ਹੈ ਨਾ, my dear son, my dear daughter, ਜੋ ਵੀ ਉਹਦਾ ਨਾਮ ਹੈ ਉਹ ਲਿਖ ਕੇ, ਸੋ ਉਸ ਤੋਂ ਬਾਅਦ ਤੁਸੀਂ ਉਹ ਮੈਸੇਜ ਲਿਖੋਗੇ ਕਿ ਮੈਂ ਲੈਟਰ ਤੈਨੂੰ ਕਿਉਂ ਲਿਖ ਰਹੀ ਹਾਂ, ਜਾਂ ਤੁਸੀਂ ਲਿਖਦੇ ਹੋ ਕਿ I hope you are well, I wanted to tell you about the trip on which I had gone with my friends. ਇਹ ਤੁਸੀਂ ਸਾਰਾ ਕੁਝ ਉਹਦੇ ਵਿੱਚ ਲਿਖ ਰਹੇ ਹੋ। ਹੁਣ ਇਹਦੇ ਵਿੱਚ ਇੱਕ ਚੀਜ਼ ਹੋ ਰਿਹਾ ਹੈ, write in simple, clear and correct language. ਤੁਹਾਡੀ ਲੈਂਗੁਏਜ ਜਿਹੜੀ ਹੈ ਬੜੀ ਸਿੰਪਲ ਹੋਣੀ ਚਾਹੀਦੀ ਹੈ, ਸਾਫ਼ ਹੋਣੀ ਚਾਹੀਦੀ ਹੈ, ਮਤਲਬ ਉਹਦੇ ਵਿੱਚ ਡਬਲ ਗੱਲ ਨਾ ਹੋਏ, ਕੋਈ ਕਲੈਰਿਟੀ ਹੋਏ, ਲੈਂਗੁਏਜ ਕਰੈਕਟ ਹੋਣੀ ਚਾਹੀਦੀ ਹੈ, ਠੀਕ ਹੈ। ਰਾਈਟ ਇਨ ਅ ਨੈਚੁਰਲ ਸਟਾਈਲ, ਕੁਦਰਤੀ ਸਟਾਈਲ ਦੇ ਵਿੱਚ। ਇਹ ਬੱਚੇ ਹਜੇ ਮੈਂ ਦੁਬਾਰਾ ਤੁਹਾਨੂੰ ਦੱਸ ਰਹੀ ਹਾਂ, ਆਪਾਂ ਇਨਫਾਰਮਲ ਲੈਟਰਸ ਦੀ ਗੱਲ ਕਰ ਰਹੇ ਹਾਂ, ਠੀਕ ਹੈ। ਇਨਫਾਰਮਲ ਲੈਟਰ ਹੈ, ਤੁਸੀਂ ਨੈਚੁਰਲ ਸਟਾਈਲ ਚੋ thinking all the while as if you were speaking to the addressee. addressee ਕੀ ਹੋਇਆ, ਜਿਹਦੇ ਕੋਲ ਉਹ ਲੈਟਰ ਜਾ ਰਹੀ ਹੈ, ਜਿਹਨੂੰ ਤੁਸੀਂ ਐਡਰੈਸ ਕਰ ਰਹੇ ਹੋ, ਜਿਹਨੂੰ ਤੁਸੀਂ ਸੰਬੋਧਨ ਕਰ ਰਹੇ ਹੋ, ਤੁਸੀਂ ਨੈਚੁਰਲ ਸਟਾਈਲ ਦੇ ਵਿੱਚ ਕਹਿਣਾ ਹੈ। ਕੁਦਰਤ ਜੋ ਤੁਹਾਡਾ ਨੈਚੁਰਲ ਹੈ, ਉਹ ਬੜਾ ਆਰਟੀਫੀਸ਼ੀਅਲ ਕੁਝ ਨਹੀਂ ਰੱਖਣਾ ਕਿ ਕਿਸੇ ਗੱਲ ਨੂੰ ਬਹੁਤ ਵਧਾ ਚੜਾ ਕੇ ਆਪਾਂ ਕਹਿ ਰਹੇ ਹਾਂ with due respect I beg to state, ਐਦਾਂ ਨਹੀਂ, simply I wish to state that I was ill, I wish to state that whatever. ਇਹ ਸਿੰਪਲ ਲੈਂਗੁਏਜ ਹੋਣੀ ਚਾਹੀਦੀ, ਉਹਨੂੰ ਵਧਾਇਆ ਚੜਾਇਆ ਨਹੀਂ ਹੋਣਾ ਚਾਹੀਦਾ, ਔਰ ਤੁਸੀਂ ਐਦਾਂ ਗੱਲ ਕਰਨੀ ਹੈ ਜਿਵੇਂ ਤੁਸੀਂ ਉਸ ਬੰਦੇ ਨਾਲ ਗੱਲ ਕਰ ਰਹੇ ਹੋ, thinking all the while, ਇਹ ਸਾਰਾ ਟਾਈਮ ਇਹ ਸੋਚਦੇ ਹੋਏ as if you were speaking to the addressee, ਤੁਸੀਂ ਉਸ addressee ਨਾਲ ਗੱਲ ਕਰ ਰਹੇ ਹੋ। if the message is long, divide it into paragraphs. message long ਹੈ, ਬਹੁਤ ਵੱਡੀ ਲੈਟਰ ਹੈ, ਤੁਸੀਂ ਉਹਨੂੰ ਪੈਰਾਗ੍ਰਾਫਸ ਦੇ ਵਿੱਚ ਡਿਵਾਈਡ ਕਰ ਸਕਦੇ, ਠੀਕ ਹੈ ਜੀ। now the subscription, ਤੁਸੀਂ ਲੈਟਰ ਲਿਖ ਲਈ, ਹੁਣ ਤੁਸੀਂ ਇਹਦੀ subscription, it follows immediately the body of letter is written on the left, letter is written on the left hand side of the letter, it begins with a capital letter. it follows immediately the body of the letter and is written on the left, ਇਹ ਵੀ ਹੁਣ left side ਤੇ ਰਹੇਗਾ, ਠੀਕ ਹੈ। ਔਰ ਇਹ कैपिटल लेटर नाल होएगा, जदों ਅਸੀਂ ਜਿਹਨੂੰ ਅਸੀਂ ਐਂਡ ਉਹ ਕਰ ਦਿੰਦੇ ਆ ਨਾ ਕਿ ਸਬਸਕ੍ਰਿਪਸ਼ਨ ਹੋ ਗਈ, ਐਂਡਿੰਗ ਹੋ ਗਈ, yours affectionately, yours obediently, yours faithfully। ਇਹ ਵੀ ਆਪਾਂ ਗੱਲ ਕਰਾਂਗੇ ਕਿ ਆਪਾਂ ਕੀ ਕਿੱਥੇ ਕਿੱਥੇ ਲਿਖਣਾ ਹੈ, ਠੀਕ ਹੈ ਨਾ। yours sincerely, ਇਹਦੇ ਵਿੱਚ ਇੱਕ ਗੱਲ ਬੜੀ ਇੰਪੋਰਟੈਂਟ ਹੈ, ਮੋਸਟਲੀ ਬੱਚੇ yours ਦੇ ਵਿੱਚ YOUR ਉਸ ਤੋਂ ਬਾਅਦ apostrophe ਲਗਾ ਦਿੰਦੇ ਆ, ਉਹ apostrophe ਨਹੀਂ ਲਗਾਣੀ। ਜਿਵੇਂ ਮੈਂ ਲਿਖ ਰਹੀ ਹਾਂ ਨਾ, ਮੈਂ ਤੁਹਾਨੂੰ ਇੱਥੇ ਲਿਖ ਕੇ ਦੱਸਦੀ ਹਾਂ apostrophe, ਜਿਨ੍ਹਾਂ ਨੂੰ ਨਹੀਂ ਪਤਾ, YOUR apostrophe S, this is wrong,
मैं नाल wrong भी लिखता, YOUR''S ये wrong है, yours affectionately, ठीक है। सो ये जिहड़ा है ये सबसक्रिप्शन है, तुसी हुण एंड करता, yours affectionately तुसी लिखता, ठीक है। भी तुहाडा जिवें आपां कहंदे नहीं तुहाडा आज्ञाकारी पुत्र, तुहाडा प्यारा बच्चा, वट एवर जो भी अफेक्शनेटली है, फेथफुली है, ठीक है। ये तुसी किथे किथे की लिखते हो, वील टॉक अबाउट दैट इन नेक्स्ट क्लास, अपकमिंग क्लासेस। नाउ द नेम ऑफ द राइटर, इट इज जस्ट written below, it is written just below the subscription, okay। ये ओदे नीचे लिखिया जांदा है, the name of it तुसी लिखता yours affectionately, उस तो बाद जो लेटर लिख रहा है वो लिखेगा। सपोज आई एम राइटिंग अ लेटर, मैं की कहांगी yours faithfully कुलवंत कौर, ओके जी। नाउ द एड्रेस ऑन द envelope और द पोस्ट कार्ड, हुण envelope दे उत्ते तुसी एड्रेस लिखना है, पोस्ट कार्ड दे उत्ते तुसी एड्रेस लिखना है, ठीक है। इट शुड बी कंप्लीट एंड नीटली रिटन, ਜਿਹੜਾ एड्रेस लिखना है, कई बार ਤੁਹਾਨੂੰ एग्जाम ਦੇ ਵਿੱਚ ਵੀ ਆ ਜਾਂਦਾ ਹੈ, ਉਹ ਤੁਹਾਨੂੰ ਇੱਕ ਛੋਟੇ ਬੱਚਿਆਂ ਨੂੰ ਵੈਸੇ ਛੋਟੀ ਕਲਾਸਿਸ ਦੇ ਵਿੱਚ ਹੀ ਆਉਂਦਾ ਹੈ, 9 10th ਦੇ ਵਿੱਚ ਆ ਜਾਂਦਾ ਹੈ ਕਿ ਤੁਹਾਨੂੰ ਉਹਨਾਂ ਨੇ ਨਾਲ ਫਾਰਮੈਟ ਜਿਹਾ ਵੀ ਦਿੱਤਾ ਹੁੰਦਾ ਹੈ ਕਿ ਇੱਥੇ ਐਡਰੈਸ ਵੀ ਲਿਖਣਾ ਹੈ ਨਾ। ਸੋ ਇਹ ਕੰਪਲੀਟ ਐਡਰੈਸ ਲਿਖਣਾ ਹੈ, ਨੀਟਲੀ ਲਿਖਣਾ ਹੈ। द पिन कोड शुड बी मेंशन, और पिन कोड जरूर लिखना है, अदरवाइज भी तुसी अपनी रोजमर्रा दी जिंदगी दे विच भी जेडी डेली लाइफ दे विच भी तुसी किसे नु लेटर लिख रहे हो ना, तो उहदे उत्ते पिन कोड जरूर मेंशन करो विदाउट सर्चिंग गूगल। मैनू फटाफट दसो पिन दी फुल फॉर्म की हुंदी है, ये किसे नु नहीं पता, चलो हुण लभ लेना। नो नो पिन कोड ਆਪਾਂ ਕਿੰਨੇ ਸਾਲਾਂ ਤੋਂ ਪਿਨ ਕੋਡ ਆਪਾਂ ਲੈਟਰਸ ਦੇ ਉੱਤੇ ਲਿਖ ਰਹੇ ਹਾਂ, ਇਹਦਾ मीनिंग ਕੀ ਹੁੰਦਾ ਹੈ ਪਿਨ ਕੋਡ, ਠੀਕ ਹੈ। ਇਹ ਮੈਂਸ਼ਨ ਕਰਨਾ ਬਹੁਤ ਜ਼ਰੂਰੀ ਹੈ, ਠੀਕ ਹੈ। ਇਹ ਪਿਨ ਹੁਣ ਤੁਸੀਂ ਲੱਭਣਾ ਇਹਨੂੰ, ਇਹਨੂੰ ਦੇਖਣਾ ਪਿਨ ਕੋਡ ਹੁੰਦਾ ਕੀ ਹੈ ਔਰ ਇਹ ਕਿਉਂ ਲਿਖਿਆ ਜਾਂਦਾ ਹੈ, ਇਹ ਸਾਰੇ ਤੁਹਾਡਾ ਹੋਮਵਰਕ ਹੈ ਅੱਜ, ਠੀਕ ਹੈ। नो 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 नो, ਇਹ जो आंसर दे रहे हैं गलत दे रहे हैं। मैम सानू पिन कोड दी फुल फॉर्म नहीं पता, बट मैनू जिन्ना पता है मैम वो है कि पिन कोड जिस एरिया दे विच आपां रह रहे हां उस दा मतलब मैम कोड हुंदा है और उस तो पता लग जाता है कि आपां किस एरिया दे विच रह रहे हाँ हाँ मैम वो लिखना, ठीक है जी। हाँ चलो लिख ही दिता इन्होंने, पोस्टल इंडेक्स नंबर ओके यही हुंदा है ना। देखो हर एरिया दे हुण तुसी सपोज करो लुधियाने दे विच तुसी लेटर भेज रहे हो, हुण लुधियाना दे विच ਜਿਹੜੀ ਲੈਟਰਸ ਹੈ ਇੱਕ ਜਗ੍ਹਾ ਤੇ ਇਕੱਠੀਆਂ, ਮੇਨ ਜਿਹੜਾ ਆਪਾਂ ਹੈਡ ਪੋਸਟ ਆਫਿਸ ਹੈ ਉੱਥੇ ਸਾਰੀਆਂ ਲੈਟਰਸ ਆ ਗਈਆਂ। ਹੁਣ ਹੈਡ ਪੋਸਟ ਆਫਿਸ ਤੋਂ ਉਹ ਲੈਟਰਸ ਹੈ ਪੂਰੇ ਲੁਧਿਆਣੇ ਦੇ ਵਿੱਚ ਸਰਕੂਲੇਟ ਹੋਣਗੀਆਂ। ਅਗਰ ਪਿਨ ਕੋਡ ਨਹੀਂ ਹੋਏਗਾ, ਹੁਣ ਮੰਨ ਲਓ ਇੱਕ ਸਿਟੀ ਦੇ ਵਿੱਚ ਲੁਧਿਆਣੇ ਦੇ ਵਿੱਚ 2 ਸ਼ਹੀਦ ਭਗਤ ਸਿੰਘ ਨਗਰ ਹੈ ਜਾਂ ਭਗਤ ਸਿੰਘ ਨਗਰ ਹੈ, ਇੱਥੇ ਤਾਂ 4 ਨੇ ਲੁਧਿਆਣੇ ਦੇ ਵਿੱਚ ਤਾਂ, ਤੇ ਹੁਣ ਇਹ ਨਹੀਂ ਪਤਾ ਨਾ ਕਿ ਉਹ ਈਸਟ ਵਿੱਚ ਹੈ, ਵੈਸਟ ਵਿੱਚ ਹੈ, ਨਾਰਥ ਵਿੱਚ ਹੈ ਕਿ ਸਾਊਥ ਵਿੱਚ ਹੈ। ਸੋ ਕੀ ਕੀਤਾ ਹੁੰਦਾ, ਸਿਟੀਜ਼ ਨੂੰ ਪਿਨ ਕੋਡਸ ਦੇ ਆਧਾਰ ਤੇ ਡਿਵਾਈਡ ਕੀਤਾ ਹੁੰਦਾ ਹੈ ਨਾ। ਜਿਵੇਂ ਅਸੀਂ ਕਹਿੰਦੇ ਆ ਲੁਧਿਆਣੇ ਦਾ ਹੈ 141 ਉਹਦਾ ਜਿਹੜਾ ਹੈ ਪਿਨ ਮੇਨ ਹੈ 14100, 6 ਡਿਜਿਟਸ ਦਾ ਹੁੰਦਾ ਹੈ, 001 002 003। ਸੋ अलग अलग एरियाज दे जिन्ने पोस्ट ऑफिस है, जिस एरिया का जिहड़ा पोस्ट ऑफिस हुंदा है ना, उस पोस्ट ऑफिस नू एक नंबर अलॉट किया हुंदा है। सो इनू पोस्टल इंडेक्स नंबर कहंदे हैं, पिन कोड कहंदे हैं। ते इदां दा हुण पता नहीं ना असीं क्या 105 भगत सिंह नगर लुधियाना, हुण ओह किहड़ा भगत सिंह नगर है पता नहीं, अगर उहदे ऊपर लिखिया होएगा पिन कोड तो उसे पिन वाले पोस्ट ऑफिस दे विच जाएगा ते उसे एरिया दे विच जाएगा, ठीक है ना भी होवे। हुण ये भी पॉसिबल नहीं है कि जेडे पोस्टमैन हुंदे हैं जेडे लेटर्स वंडदे हैं, मान लो अगर इको जगह ते सारियां लेटर्स आ जाणगियां तां की होएगा, हुण एक पोस्टमैन नू पूरे लुधियाने दे सारे एरियाज बारे तां पता ही नहीं होएगा ना, ठीक है। सो ओ की हुंदा है पिन कोड दे हिसाब नाल अलग अलग जगह ते अलग अलग पोस्ट ऑफिसेस दे विच, ठीक है, क्योंकि हर एरिया दे विच बहुत सारे पोस्ट ऑफिसेस होंदे हैं, तो वो पोस्ट ऑफिस ने जिन्ना को एरिया कवर करना होंदा है उसनू वो पिन कोड अलॉट किया जाता है। सो इट्स वेरी इंपॉर्टेंट टू राइट पिन कोड ऑन द लेटर विच यू सेंड,
Okay, so the pin code should be mentioned properly. So this was all about how to, this was just an introduction. ਜੇ ਕਿਸੇ ਦਾ ਕੋਈ ਸਵਾਲ ਹੈ ਤੁਸੀਂ ਪੁੱਛੋ, ਕੱਲ ਅਸੀਂ ਕਰਾਂਗੇ ਇਹ ਲੈਟਰ ਲਿਖਣੀ ਕਿੱਦਾਂ ਹੈ ਔਰ which things we have to keep in mind while writing a letter. ਠੀਕ ਹੈ ਜੀ. If you have any questions you can ask me. Ma'am, it's clear to me. Ma'am, I have a question. Ma'am, what is the meaning of contain? Contain, ma'am. Contain ਹੁੰਦਾ ਹੈ ਬੱਚੇ ਕਿਸੇ, ਜਿਵੇਂ ਅਸੀਂ ਕਹਿ ਰਹੇ ਹਾਂ it contains, ਮਤਲਬ ਉਹਦੇ ਵਿੱਚ ਹੋਣਾ. contain, ਜਿਵੇਂ ਮੈਂ ਕਿਹਾ this jug contains water, ਇਸ ਜਗ ਦੇ ਵਿੱਚ water ਹੈ. so contain means ਵਿੱਚ ਹੋਣਾ, ਜਾਂ ਹਾਂ ਵਿੱਚ ਹੋਣਾ ਆਪਾਂ ਕਹਿ ਸਕਦੇ ਹਾਂ, ਕਿਸੇ ਚੀਜ਼ ਨੂੰ include ਕਰਨਾ ਆਪਾਂ ਕਹਿ ਸਕਦੇ ਹਾਂ. so it contains. And ma'am, ਜੋ ਇੱਕ ਮੈਮ ਹੋਰ ਸੀ ਮੈਮ, ਮੈਮ ਆਫ ਲੱਗਦਾ ਉਹਦੇ ਨਾਲ, consist of, I think ਏਦਾਂ ਕੁਝ. consist ਹੁੰਦਾ ਜਿਵੇਂ ਆਪਾਂ ਹੁਣੇ ਇਹ ਕੀਤਾ ਸੀਗਾ, ਇਹ ਵਰਡ ਅੱਜ ਯੂਜ਼ ਹੋਇਆ consist of. yes ma'am, ਹੈ ਨਾ. ਹਾਂ, ਤਾਂ consist of ਦਾ ਮਤਲਬ ਵੀ ਹੁੰਦਾ ਹੈ ਕਿ ਇਹਦੇ ਵਿੱਚ ਕੀ ਕੀ ਹੁੰਦਾ ਹੈ, ਹੈਡਿੰਗ ਦੇ ਵਿੱਚ ਕੀ ਹੁੰਦਾ ਹੈ, ਹੈਡਿੰਗ ਕੀ okay ma'am, ਮਤਲਬ ਹੈਡਿੰਗ ਦੇ ਵਿੱਚ ਕੀ ਹੁੰਦਾ ਹੈ. ਹੈਡਿੰਗ ਦੇ ਆਪਾਂ ਕਹਿੰਦੇ ਆ ਹੈਡਿੰਗ, ਇਹ ਹੈਡਿੰਗ ਹੈ, ਹੈਡਿੰਗ ਦੇ ਵਿੱਚ ਰਾਈਟਰ ਦਾ ਐਡਰੈਸ ਹੁੰਦਾ ਹੈ. ਇਹਦਾ ਮਤਲਬ ਉਹ ਵਿੱਚ ਨਹੀਂ, ਕਿਸੇ ਚੀਜ਼ ਦੇ ਵਿੱਚ ਨਹੀਂ. ਹਾਂਜੀ, okay ma'am, ਹੋਣਾ okay ma'am, ਠੀਕ ਹੈ ਜੀ. ਹਾਂਜੀ ਗਗਨਦੀਪ ਕੌਰ. ਮੈਮ ਅਸੀਂ ਤੁਹਾਨੂੰ ਇੱਕ ਪੁੱਛਣਾ ਸੀਗਾ ਕਿ ਜਿਸ ਤਰ੍ਹਾਂ ਮੈਮ ਆਪਾਂ ਜਿਹੜਾ ਨਿਊਜ਼ਪੇਪਰ ਦੇ ਮੈਮ ਵਾਸਤੇ ਆਪਾਂ ਲੈਟਰ ਲਿਖਦੇ ਆ ਮੈਮ, ਉਹ ਲੈਟਰ ਬਾਅਦ ਵਿੱਚ ਮੈਮ ਨਿਊਜ਼ਪੇਪਰ ਵਿੱਚ ਵੀ ਛਪ ਜਾਂਦਾ ਹੈ ਨਾ? ਹਾਂਜੀ ਛਪਦਾ ਹੈ, ਬਿਲਕੁਲ ਛਪਦਾ ਹੈ ਮੈਮ, ਜਿਨ੍ਹਾਂ ਨੇ ਛਪਵਾਉਣਾ ਹੋਵੇ ਨਾ. ਹਾਂ ਛਪ ਜਾਂਦਾ. ਓਕੇ ਨਾ. ਕੀ ਹੁੰਦਾ ਹੈ, ਜਿਹੜੇ ਨਿਊਜ਼ਪੇਪਰਸ ਹੁੰਦੇ ਆ ਨਾ, ਇਹਨਾਂ ਦੇ ਵਿੱਚ ਕੀ ਹੁੰਦਾ ਹੈ, ਕਾਲਮਸ ਹੁੰਦੇ ਆ, ਹੈ ਨਾ. ਜੇ ਕਿਸੇ ਬੱਚੇ ਨੂੰ ਪਤਾ ਹੋਵੇ, ਹਿੰਦੁਸਤਾਨ ਟਾਈਮਸ ਦੇ ਵਿੱਚ ਹਰ ਮੰਡੇ ਨੂੰ, ਹੁਣ ਤਾਂ ਨਹੀਂ ਆ ਰਿਹਾ ਕਾਫੀ ਟਾਈਮ ਤੋਂ, ਲੋਕਡਾਊਨ ਤੋਂ ਪਹਿਲੇ ਕੀ ਹੁੰਦਾ ਸੀ, ਹਰ ਮੰਡੇ ਨੂੰ ਜਿਹੜੇ ਰੀਡਰਸ ਵਾਸਤੇ ਇੱਕ ਵੱਖਰਾ ਕਾਲਮ ਹੁੰਦਾ ਸੀ. ਹਰ ਮੰਡੇ ਨੂੰ ਉਹਨਾਂ ਦੇ, ਜਿਵੇਂ ਲੁਧਿਆਣਾ ਦੇ ਰੀਡਰਸ ਹੈ, ਉਹਨਾਂ ਦੇ ਲਈ ਇੱਕ ਵੱਖਰਾ ਕਾਲਮ ਹੁੰਦਾ ਸੀ ਜਿਹਦੇ ਵਿੱਚ ਉਹ ਇੱਕ ਟੌਪਿਕ ਦੇ ਦਿੰਦੇ ਹੁੰਦੇ ਸੀ, ਜਿਹਨੂੰ ਡਿਬੇਟ ਆਫ ਦਾ ਵੀਕ ਕਹਿੰਦੇ ਸੀ. ਉਹ ਡਿਬੇਟ ਹੁੰਦੀ ਹੈ, ਚਰਚਾ. ਸੋ ਡਿਬੇਟ ਆਫ ਦਾ ਵੀਕ, ਜਿਵੇਂ ਉਹਨਾਂ ਨੇ ਇੱਕ, ਉਹ ਸੰਡੇ ਨੂੰ ਨਾ ਕੀ ਕਰਦੇ ਹੁੰਦੇ ਸੀਗੇ, ਇੱਕ ਟੌਪਿਕ ਪਾ ਦਿੰਦੇ ਹੁੰਦੇ ਸੀਗੇ ਕਿ ਸਪੋਜ਼ ਕਰੋ ਡਿਬੇਟ ਆਫ ਦਾ ਵੀਕ ਹੈ ਸਟ੍ਰੇ ਐਨੀਮਲਸ. ਸਟ੍ਰੇ ਐਨੀਮਲਸ ਹੁੰਦੇ ਜਿਵੇਂ ਅੱਜ ਕੱਲ ਤੁਸੀਂ ਦੇਖ ਰਹੇ ਹੋ ਰਸਤੇ ਦੇ ਵਿੱਚ ਅਵਾਰਾ ਸਾਂਢ ਘੁੰਮਦੇ ਆ, ਗਾਵਾਂ ਘੁੰਮਦੀਆਂ ਨੇ. ਸਟ੍ਰੇ ਐਨੀਮਲਸ ਹੈ ਨਾ, ਅਵਾਰਾ ਪਸ਼ੂ. ਇਹਦੇ ਬਾਰੇ ਤੁਸੀਂ ਕੀ ਲਿਖਣਾ ਚਾਹੁੰਦੇ ਹੋ? ਤਾਂ ਕੀ ਕਰਦੇ ਹੁੰਦੇ ਸੀਗੇ, ਜਿੰਨੇ ਵੀ ਸਟੂਡੈਂਟਸ, ਉਹਦੇ ਵਿੱਚ ਜ਼ਿਆਦਾਤਰ ਸਟੂਡੈਂਟਸ ਪਾਰਟਿਸਿਪੇਟ ਕਰਦੇ ਸੀ, ਵੈਸੇ ਐਨੀਵਨ ਕੁਡ ਪਾਰਟਿਸਿਪੇਟ, ਕੋਈ ਵੀ ਕਰ ਸਕਦਾ ਸੀਗਾ. ਸੋ ਉਹਦੇ ਵਿੱਚ ਕੀ ਕਰਦੇ ਸੀ, ਉਹ ਕਹਿੰਦੇ ਸੀਗੇ ਕਿ ਡਿਬੇਟ ਆਫ ਦਾ ਵੀਕ ਪਾਰਟਿਸਿਪੇਟ ਕਰੋ. ਐਡਰੈਸ ਦੇ ਦਿੰਦੇ ਹੁੰਦੇ ਸੀਗੇ, ਈਮੇਲ ਆਈਡੀ ਦੇ ਦਿੰਦੇ ਸੀ, ਤੇ ਉਹਦੇ ਵਿੱਚ ਆਪਣੇ ਵਿਚਾਰ ਲਿਖੋ. ਤੇ ਉਹ ਕੀ ਹੁੰਦਾ, ਵਿਚਾਰ ਛਪ ਜਾਂਦੇ ਹੁੰਦੇ ਸੀਗੇ. ਤੇ ਬੜਾ ਵਧੀਆ ਮੰਨੀ ਜਾਂਦੀ ਹੈ ਚੀਜ਼. ਤਾਂ ਬੱਚਿਆਂ ਦੇ ਪੁਆਇੰਟਸ ਹੁੰਦੇ ਆ ਕਿ ਉਹ ਆਪਣਾ ਜੋ ਵਿਚਾਰ ਲਿਖਦੇ ਸੀ ਨਾ, ਉਹਦੇ ਛਪਦੇ ਸੀ, ਕਾਲਮ ਹੁੰਦਾ ਹੈ. ਇਸੇ ਤਰ੍ਹਾਂ ਹੀ ਇੱਕ ਕਾਲਮ ਉਹਨਾਂ ਦਾ ਹੁੰਦਾ ਹੈ, ਲੈਟਰ ਟੂ ਦੀ ਐਡੀਟਰ. ਲੈਟਰ ਟੂ ਦੀ ਐਡੀਟਰ, ਸੰਪਾਦਕ ਨੂੰ ਪੱਤਰ. ਉਹਦੇ ਵਿੱਚ ਤੁਸੀਂ ਆਪਣੀ ਕੋਈ ਗੱਲ ਸੰਪਾਦਕ ਨੂੰ ਕਹਿਣਾ ਚਾਹੁੰਦੇ ਹੋ, ਜਿਵੇਂ ਤੁਸੀਂ ਇੱਕ ਲੈਟਰ ਲਿਖ ਰਹੇ ਹੋ, ਹੈ ਨਾ, ਕਿ ਇਹ ਜਿਹੜੇ ਸਟ੍ਰੇ ਹੈ, ਉਹ ਤੁਹਾਡਾ ਕੋਈ ਵੀ ਟੌਪਿਕ ਹੋ ਸਕਦਾ ਹੈ. ਤੁਹਾਡੇ ਕੋਈ ਸਿਟੀ ਦੇ ਵਿੱਚ, ਤੁਹਾਡੇ ਕੋਈ ਸਟਰੀਟ ਦੇ ਵਿੱਚ, ਗਲੀ ਦੇ ਵਿੱਚ ਕੋਈ ਪ੍ਰੋਬਲਮ ਹੋ ਰਹੀ ਹੈ, ਸੀਵਰੇਜ ਦਾ ਸਿਸਟਮ ਠੀਕ ਨਹੀਂ ਹੈ, ਲਾਈਟਿੰਗ ਪ੍ਰੋਪਰ ਨਹੀਂ ਹੈ, ਚੋਰੀਆਂ ਹੋ ਰਹੀਆਂ ਨੇ, any issue related to the society or whatever you want to tell the editor of the newspaper, ਉਹਨੂੰ ਤੁਸੀਂ ਦੱਸਣਾ ਚਾਹੁੰਦੇ ਹੋ, ਠੀਕ ਹੈ, ਉਹ ਤੁਸੀਂ ਲਿਖ ਦਿਓ. ਅਗਰ ਉਹ ਲੈਟਰ ਵਧੀਆ ਹੁੰਦੀ ਹੈ ਤਾਂ ਉਹ ਨਿਊਜ਼ਪੇਪਰ ਦੇ ਕਾਲਮ 'ਚ ਜ਼ਰੂਰ ਛਾਪੀ ਜਾਂਦੀ ਹੈ. ਠੀਕ ਹੈ. ਹਾਂਜੀ ਬੱਚੇ, ਕੀ ਸਪੈਲ ਕਰਾਂ? ਗਗਨਦੀਪ ਕੌਰ, ਕੀ ਸਪੈਲ ਕਰਾਂ ਬੱਚੇ? ਮਨਪ੍ਰੀਤ ਲਿਖ ਰਹੀ ਹੈ ਹੁਣ ਵੀ ਆਉਂਦੇ ਆ ਟੌਪਿਕ. ਹਾਂ ਬੱਚੇ, ਟੌਪਿਕ ਤਾਂ ਆਉਂਦੇ, ਲੇਕਿਨ ਉਹ ਡਿਬੇਟ ਆਫ ਦਾ ਵੀਕ ਅੱਜ ਕੱਲ ਨਹੀਂ ਆ ਰਿਹਾ, ਹਿੰਦੁਸਤਾਨ ਟਾਈਮਸ 'ਚ ਨਹੀਂ ਆ ਰਿਹਾ. ਮੈਮ ਸਟ੍ਰੇ ਐਨੀਮਲਸ, ਸਟ੍ਰੇ ਐਨੀਮਲਸ, ਓਕੇ, STRAY, ਸਟ੍ਰੇ ਐਨੀਮਲਸ. ਅੱਜ ਕੱਲ ਸਟ੍ਰੇ ਐਨੀਮਲਸ ਨੇ ਬਹੁਤ ਆਤੰਕ ਫੈਲਾਇਆ ਹੋਇਆ ਹੈ. ਮੈਮ ਅਸੀਂ ਤੁਹਾਡੇ ਕੋਲ ਪੁੱਛਿਆ ਸੀ ਕਿ
ਸਾਨੂੰ ਮੈਮ ਅਸੀਂ ਕਲਾਸ ਲਗਾਉਂਦੇ ਨਾ ਸਿਕਿਉਰਿਟੀ ਟਰਸਟ ਦੀ, ਮੈਮ ਉਹਨਾਂ ਨੇ ਕਿਹਾ ਸੀਗਾ ਕਿ ਤੁਸੀਂ ਨਿਊਜ਼ ਪੇਪਰ ਦੇ ਵਿੱਚ ਲੈਟਰ ਲਿਖ ਸਕਦੇ ਹੋ। ਹਾਂਜੀ ਹਾਂਜੀ, ਕਿਹੜੀ ਕਲਾਸ ਲਗਾਉਂਦੇ ਹੋ? ਮੈਮ ਸਿਕਿਉਰਿਟੀ ਟਰਸਟ ਵਾਲੀ। ਹਾਂਜੀ ਹਾਂਜੀ, ਲਗਾਈ ਸੀ ਤੁਸੀਂ? ਮੈਮ ਹਾਂ ਹਾਂ ਬੱਚੇ, ਉਹੀ ਦੱਸਣਾ ਚਾਹ ਰਹੀ ਸੀ ਮੈਂ ਤੁਹਾਨੂੰ। ਇਹ ਤੁਸੀਂ ਇਹ ਲੈਟਰਸ ਲਿਖ ਸਕਦੇ ਹੋ। ਉਹ ਜਿਹੜੀ ਮੈਂ ਤੁਹਾਨੂੰ ਡਿਬੇਟ ਆਫ ਦ ਵੀਕ ਕਹਿ ਰਹੀ ਹਾਂ ਨਾ, ਉਹ ਇੱਕ ਸਟਾਰਟਿੰਗ ਪੁਆਇੰਟ ਸੀ। ਕੁਝ ਬੱਚੇ ਹੈ ਨਾ, ਉਹ ਜੇ ਬੜੇ ਛੋਟੇ ਲੈਵਲ ਤੇ ਲਿਖਣਾ ਸ਼ੁਰੂ ਕਰਦੇ ਆ, तो जिन्होंने न्यूज़पेपर च लिखना ਜਿਹੜੇ ਚਾਹੁੰਦੇ ਆ, ਉਹ ਡਿਬੇਟ ਆਫ ਦ ਵੀਕ ਤੋਂ ਸ਼ੁਰੂ ਕਰ ਸਕਦੇ ਸੀਗੇ। ਤੁਸੀਂ ਪਹਿਲੇ ਛੋਟਾ ਜਿਹਾ ਆਰਟੀਕਲ ਲਿਖੋ, ਉਹ ਛਪੇਗਾ, ਉਹਦੇ ਨਾਲ ਬੱਚਾ ਨਾ ਥੋੜਾ ਮੋਟੀਵੇਟ ਹੋ ਜਾਂਦਾ ਹੈ। ਫਿਰ ਤੁਸੀਂ ਲੈਟਰ ਟੂ ਐਡੀਟਰ ਲਿਖੋ, और ਉਸ ਤੋਂ ਬਾਅਦ ਤੁਸੀਂ ਆਰਟੀਕਲਸ ਲਿਖਣੇ ਸ਼ੁਰੂ ਕਰੋ ਨਿਊਜ਼ਪੇਪਰ ਦੇ ਵਿੱਚ। ਮੈਮ ਇੱਕ ਕੁਐਸਚਨ ਸੀਗਾ ਕਿ ਜਿਸ ਤਰ੍ਹਾਂ ਆਪਾਂ ਐਡੀਟਰ ਨੂੰ ਲੈਟਰ ਲਿਖ ਦਿੱਤਾ, ਉਹਦੇ ਵਿੱਚ ਆਪਣੀਆਂ ਕੰਪਲੇਂਟਸ ਲਿਖ ਦਿੱਤੀਆਂ, ਮੈਮ ਉਹ ਉਹਨਾਂ ਉੱਤੇ ਕਿਵੇਂ ਐਕਸ਼ਨ ਲੈਣਗੇ? ਬੱਚੇ ਉਹ ਨਹੀਂ ਲੈਂਦੇ, ਨੋ ਦੇ ਕੈਨ ਨਾਟ ਟੇਕ ਐਕਸ਼ਨ। ਬਟ ਕੀ ਹੁੰਦਾ ਹੈ, ਜਦੋਂ ਤੁਸੀਂ ਨਿਊਜ਼ਪੇਪਰ ਵਿੱਚ ਕੁਝ ਛਾਪਦੇ ਹੋ, ਉਹਦੇ ਨਾਲ ਕੀ ਆਂਦੀ ਹੈ ਲੋਕਾਂ ਦੇ ਵਿੱਚ, ਆਈ ਐਮ ਗੋਇੰਗ ਟੂ ਰਾਈਟ ਦ ਵਰਡ ਅਵੇਅਰਨੈਸ। ਓਕੇ, ਅਵੇਅਰਨੈਸ, ਠੀਕ ਹੈ, ਉਹਨਾਂ ਦੇ ਵਿੱਚ ਅਵੇਅਰਨੈਸ ਆਂਦੀ ਹੈ, ਲੋਕੀ ਜਾਗਰੂਕ ਹੁੰਦੇ ਹੈ ਨਾ। ਇੱਕ ਕਈ ਵਾਰ ਕੀ ਹੁੰਦਾ ਹੈ, ਅਗਰ ਇਹ ਲੈਟਰ ਛਾਪੀ ਜਾਏ, ਕਈ ਵਾਰ ਉਹ ਪ੍ਰੋਬਲਮ ਸੋਲਵ ਵੀ ਹੋ ਜਾਂਦੀ ਹੈ। ਕਈ ਵਾਰ ਨਿਊਜ਼ਪੇਪਰ ਦੀ ਜਿਹੜੀ ਗੱਲ ਦਾ ਅਸਰ ਹੈ, ਉਹ ਉਹਦੇ ਤੇ ਐਕਸ਼ਨ ਵੀ ਲਿੱਤਾ ਜਾਂਦਾ ਹੈ। ਉਹ ਨਹੀਂ ਕਰ ਸਕਦੇ, ਲੇਕਿਨ ਤੁਹਾਡੇ ਲੋਕਾਂ ਦੇ ਵਿੱਚ ਅਵੇਅਰਨੈਸ ਆ ਜਾਂਦੀ ਹੈ ਉਸ ਚੀਜ਼ ਨੂੰ ਲੈ ਕੇ। ਓਕੇ ਮੈਮ, ਠੀਕ ਹੈ, ਥੈਂਕ ਯੂ ਮੈਮ। ਹਾਂਜੀ ਬੇਟਾ, ਕੋਈ ਹੋਰ ਸਲਾਈਡ ਸ਼ੋ ਕਰਨੀ ਹੈ? ਹਾਂਜੀ ਜਸ਼ਨਦੀਪ ਕੌਰ। ਮੈਮ ਜਦੋਂ ਨਾ ਮਤਲਬ ਆਪਾਂ ਕਿਸੇ ਹੋਸਟਲ 'ਚ ਰਹਿੰਦੇ ਹਾਂ, ਮੰਨ ਲਓ ਹਨਾ ਵੀ ਆਪਾਂ ਨੇ ਆਪਣੇ ਫਾਦਰ ਜਾਂ ਮਦਰ ਨੂੰ ਲੈਟਰ ਲਿਖਣਾ ਹੈ, ਫਿਰ ਮੈਮ ਉਹਦੇ ਨਾ ਇੱਕ ਪੰਜਾਬੀ ਜਿਵੇਂ ਆਪਾਂ ਲਿਖਦੇ ਉਹਦੇ ਲਿਖਦੇ ਹੁੰਦੇ ਸੀ ਪ੍ਰੀਖਿਆ ਭਵਨ, ਮੈਮ ਉਹਦਾ ਮਤਲਬ ਕੀ ਹੁੰਦਾ ਸੀਗਾ? ਬੱਚੇ ਉਹਦਾ ਪ੍ਰੀਖਿਆ ਭਵਨ ਏਦਾਂ ਹੁੰਦਾ ਹੈ, ਇਹ ਨਾ ਉਹਦੇ ਵਿੱਚ ਲਿਖਿਆ ਜਾਂਦਾ ਹੈ ਜਦੋਂ ਤੁਸੀਂ ਸਕੂਲ 'ਚ ਹੁੰਦੇ ਹੋ। ਦੇਖੋ, ਅਗਰ ਤਾਂ ਤੁਹਾਨੂੰ ਐਗਜ਼ਾਮ ਦੇ ਵਿੱਚ ਆਇਆ ਕਿ ਤੁਸੀਂ ਮੰਨ ਲਓ ਤੁਸੀਂ ਇਸ ਜਗ੍ਹਾ ਤੇ ਰਹਿੰਦੇ ਹੋ, ਇਸ ਹੋਸਟਲ ਦੇ ਵਿੱਚ ਰਹਿ ਰਹੇ ਹੋ, ਤੇ ਇੱਥੋਂ ਤੁਸੀਂ ਹਾਂਜੀ ਆਪਣੇ ਫਾਦਰ ਨੂੰ ਲੈਟਰ ਲਿਖਣੀ ਹੈ, ਠੀਕ ਹੈ। ਇਹ ਤੁਹਾਨੂੰ ਐਡਰੈਸ ਦਿੱਤਾ ਹੋਇਆ, ਫਿਰ ਤਾਂ ਤੁਸੀਂ ਉਹੀ ਲਿਖੋਗੇ। ਮੰਨ ਲਓ ਤੁਸੀਂ ਹੋਸਟਲ 'ਚ ਰਹਿ ਰਹੇ ਹੋ ਤਾਂ ਹੋਸਟਲ ਦਾ ਐਡਰੈਸ ਦੇ ਦੋਗੇ। ਬਟ ਇਫ ਨਥਿੰਗ ਇਜ਼ ਰਿਟਨ, ਤੁਹਾਨੂੰ ਸਿੰਪਲੀ ਆਇਆ, ਸਪੋਜ਼ ਤੁਸੀਂ ਸਕੂਲ ਦੇ ਹੋਸਟਲ ਵਿੱਚ ਰਹਿ ਰਹੇ ਹੋ ਤੇ ਤੁਸੀਂ ਆਪਣੇ ਫਾਦਰ ਨੂੰ ਲੈਟਰ ਲਿਖਣੀ ਹੈ, ਉਹ ਤੁਹਾਡਾ ਐਗਜ਼ਾਮੀਨੇਸ਼ਨ ਹਾਲ ਮਤਲਬ ਤੁਸੀਂ ਪ੍ਰੀਖਿਆ ਭਵਨ ਤੋਂ ਉਹ ਲੈਟਰ ਲਿਖ ਰਹੇ ਹੋ। ਡੈਸ਼ ਡੈਸ਼ ਸਿਟੀ ਮਤਲਬ ਕੋਈ ਵੀ ਹੋ ਸਕਦੀ ਹੈ, ਉਹ ਐਗਜ਼ਾਮੀਨੇਸ਼ਨ ਹਾਲ ਕੋਈ ਵੀ ਹੋ ਸਕਦਾ ਹੈ, ਸਿਟੀ ਕੋਈ ਵੀ ਹੋ ਸਕਦੀ ਹੈ, ਕਿਉਂਕਿ ਉਹਨਾਂ ਨੇ ਦੱਸੀ ਨਹੀਂ ਨਾ। ਸਮਝ ਰਹੇ ਹੋ? ਓਕੇ ਮੈਮ। ਇਹ ਸਿਰਫ ਉਦੋਂ ਹੁੰਦਾ ਜਦੋਂ ਤੁਹਾਨੂੰ ਐਗਜ਼ਾਮ ਦੇ ਵਿੱਚ ਲੈਟਰ ਆਈ ਤੇ ਉਹ ਲੈਟਰ ਦੇ ਵਿੱਚ ਤੁਹਾਨੂੰ ਪਤਾ ਨਹੀਂ ਕਿ ਉਹ ਲੈਟਰ ਕਿੱਥੋਂ ਆਈ ਹੈ ਤੇ ਕਿਹਨੂੰ ਮਤਲਬ ਕਿੱਥੇ ਜਾਣੀ ਹੈ ਤੇ ਕਿੱਥੋਂ ਲਿਖਣੀ ਹੈ, ਤੁਹਾਨੂੰ ਪਤਾ ਨਹੀਂ ਐਡਰੈਸ। ਕਈ ਵਾਰ ਲਿਖਿਆ ਹੁੰਦਾ ਨਾ, ਸਪੋਜ਼ ਤੁਸੀਂ ਪਟਿਆਲੇ ਵਿੱਚ ਰਹਿੰਦੇ ਹੋ ਤਾਂ ਤੁਸੀਂ ਲੁਧਿਆਣੇ ਆਪਣੇ ਫਾਦਰ ਸਾਹਿਬ ਨੂੰ ਲੈਟਰ ਲਿਖਣੀ ਹੈ, ਫਿਰ ਤਾਂ ਤੁਸੀਂ ਐਡਰੈਸ ਲਿਖ ਦੋਗੇ। ਬਟ ਤੁਹਾਨੂੰ ਸਿੰਪਲੀ ਲਿਖਿਆ ਹੈ, ਰਾਈਟ ਅ ਲੈਟਰ ਟੂ ਯੂਅਰ ਫਾਦਰ ਆਸਕਿੰਗ ਅਬਾਊਟ ਵਟਐਵਰ, ਫਿਰ ਤੁਸੀਂ ਲਿਖੋਗੇ ਪ੍ਰੀਖਿਆ ਭਵਨ। ਓਕੇ ਮੈਮ। ਫਿਰ ਤੁਸੀਂ ਯਾਨੀ ਕਿ ਉਹ ਪ੍ਰੀਖਿਆ ਭਵਨ ਤੋਂ ਲਿਖ ਰਹੇ ਹੋ, ਕਿਉਂਕਿ ਤੁਹਾਨੂੰ ਪਤਾ ਹੀ ਨਹੀਂ ਨਾ ਐਡਰੈਸ, ਫਿਰ ਕੀ ਲਿਖੋਗੇ? ਠੀਕ ਹੈ, ਐਗਜ਼ਾਮੀਨੇਸ਼ਨ ਹਾਲ। ਯੈਸ ਮੈਮ। ਓਕੇ, ਹਾਂ, ਯੈਸ ਮੈਮ, ਥੈਂਕ ਯੂ ਮੈਮ। ਓਕੇ ਜੀ। ਸੋ ਐਨੀ ਅਦਰ ਕੁਐਸਚਨ? ਓਕੇ, no questions to ask, so we should wind up now. ਅੱਜ ਆਪਣੀ ਜਿਹੜਾ ਈਵਨਿੰਗ ਕੈਂਪ ਹੈ ਉਹਦੇ ਵਿੱਚ ਵੀ we are having our class. ਅਗਰ ਜੇ ਤੁਹਾਡੇ ਕੋਲ ਟਾਈਮ ਹੋਵੇ ਤੇ ਪਲੀਜ਼ ਜੁਆਇਨ ਕਰਨਾ। ਮਨਪ੍ਰੀਤ ਕੌਰ ਦਾ ਹੈਂਡ ਰੇਜ਼ ਹੈ। ਹਾਂਜੀ ਬੇਟੇ ਬੋਲੋ। मैम what is the meaning of pavement? pavement PAVE ਨਾ? ਹਾਂਜੀ 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 ਬੱਚੇ, ਪੇਵਮੈਂਟ ਹੁੰਦਾ ਜਿਹੜੀ ਆਪਾਂ ਸੜਕ ਦੇ ਨਾਲ ਕੋਈ ਵੀ ਉੱਚੀ ਜੀ ਜਗ੍ਹਾ ਜਿਹਨੂੰ ਅਸੀਂ ਫੁੱਟਪਾਥ ਨਹੀਂ ਕਹਿ ਦਿੰਦੇ ਹੁੰਦੇ, ਹਾਂਜੀ ਉਹ ਪੇਵਮੈਂਟ ਹੁੰਦੀ ਹੈ। ਓਕੇ ਹੈ ਨਾ, ਕੋਈ ਵੀ ਜਿਵੇਂ ਇੱਕ ਸੜਕ ਹੈ ਤੇ ਸੜਕ ਦੇ ਨਾਲ ਇੱਕ ਏਦਾਂ ਦੀ ਜਗ੍ਹਾ ਜਿੱਥੇ ਪੈਦਲ ਯਾਤਰੀ ਜਾਂਦੇ ਆ, ਫੁੱਟਪਾਥ ਆਪਾਂ ਜਿਹਨੂੰ ਕਹਿ ਦਿੰਦੇ ਆ, ਉਹ ਪੇਵਮੈਂਟ ਫੁੱਟਪਾਥ ਨੂੰ ਹੀ ਕਹਿੰਦੇ ਆ। ਓਕੇ ਮੈਮ, ਹਾਂਜੀ, ਥੈਂਕ ਯੂ। ਓਕੇ ਜੀ, ਓਕੇ ਜੀ, we'll meet in English camp, evening camp in English class. Till then, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।